तो परम गुरु नानक गुण गामो, गामो गुण परम गुरु सुख सागर। दुर्त निवारण शब्द सरे, गावे गंभीर धीर मत सागर। योगी जंगम ध्यान धरे, गावे इंद्राद भगत प्रहलादिक। आत्म रस जिन जानियो, कब कल सुजस गामो गुरु नानक। राज जोग जिन मानियो, कब कल सुजस गामो गुरु नानक। राज जोग जिन मानिया। वाहिगुरु साहिब जी बसंत महला तीजा। बिन कर्म सब परम पुल्हाई। माया मोह बहुत दुख पाई। बिन कर्म सब परम पुल्हाई। माया मोह बहुत दुख पाई। मन मुख अंधे ठौर न पाई। विष्टा का कीड़ा विष्टा महे समाई। हुक्म मन्ने सो जन परवान। गुर का शब्द नाम निशान। रहाओ साचरते जिना थुर लिख पाया। हर का नाम सदा मन पाया। सतगुरु की वाणी सदा सुख होए। ज्योति ज्योत मिलावा होए। एक नाम तारे संसार। गुर प्रसादी नाम प्यार। बिन नाम मुक्त किन्ह न पाई। पूरे गुर ते नाम पल्ले पाई। सो बूझै जिस आप बुझाए। सतगुर सेवा नाम दृढ़ाए। जिन एक जाता से जन परवान। नानक नाम रते दर निशान। सो बूझै जिस आप बुझाए। सतगुर सेवा नाम दृढ़ाए। जिन एक जाता से जन परवान। नानक
ਨਾਮ ਰਤੇ ਦਰ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਮਾਨਯੋਗ ਸਤਿਕਾਰਯੋਗ ਗਿਆਨੀ ਬਲਦੇਵ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ। ਸਤਿਕਾਰਯੋਗ ਗੁਰੂ ਕਿਆਂ ਕੋਲੋਂ ਗੁਰਬਾਣੀ ਦੀ ਵਿਚਾਰ ਸਰਵਣ ਕਰੋ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਗਮਨ ਦਿਵਸ ਜੋ 13 ਤਰੀਕ ਨੂੰ ਆ ਰਿਹਾ ਹੈ, ਹਜ਼ੂਰ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਲੱਖੀ ਸਾਹਿਬ ਵਣਜਾਰਾ ਹਾਲ ਵਿਖੇ ਦੀਵਾਨ ਸੱਜਣੇ ਨੇ। ਆਪ ਜੀ ਨੇ ਇਹਨਾਂ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਸਾਹਿਬੇ ਕਮਾਲ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਆਰੰਭ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਸਿਮਰਤੀ ਅੰਦਰ ਫਤਿਹ ਨਗਰ ਜੋ ਸਥਾਨ ਹੈ ਤਿਸ ਤੇ ਸੰਪੂਰਨ ਹੋਏਗਾ। ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਜਦ ਵੀ ਗੁਰਦੁਆਰਾ ਸਾਹਿਬ ਜੀ ਦੀ ਯਾਤਰਾ 'ਤੇ ਆਈਏ, ਕਿਸੇ ਵੀ ਗੁਰਦੁਆਰਾ ਸਾਹਿਬ ਜਾਈਏ, ਤਾਂ ਉਸ ਗੁਰਦੁਆਰਾ ਸਾਹਿਬ ਜੀ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਏ। ਆਪ ਜੀ ਦੇ ਚਰਨਾਂ ਅੰਦਰ ਨਿਮਰਤਾ ਸਹਿਤ ਬੇਨਤੀ ਹੈ ਕਿ ਪਾਵਨ ਸਥਾਨ 'ਤੇ ਵੀ ਜਦ ਆਪ ਜੀ ਯਾਤਰਾ ਲਈ ਆਉਂਦੇ ਹੋ ਤੇ ਗੁਰਦੁਆਰਾ ਸਾਹਿਬ ਜੀ ਦੀ ਸਾਫ ਸਫਾਈ ਦਾ ਖਿਆਲ ਰੱਖਦਿਆਂ ਹੋਇਆਂ ਖਾਲੀ ਡੂਨੇ ਪੱਤਲ ਆਦਿਕ ਪੋਲੋਥੀਨ ਆਦਿਕ ਪਾਰਕਾਂ ਵਿੱਚ ਜਾਂ ਗਮਲਿਆਂ ਵਿੱਚ ਨਾ ਸੁੱਟਿਆ ਜਾਏ। ਅਗਰ ਕੋਈ ਐਸਾ ਕਰਦਾ ਵੀ ਹੈ ਉਸ ਨੂੰ ਰੋਕਣਾ ਵੀ ਇੱਕ ਸੇਵਾ ਹੋਏਗੀ। ਇਹਨਾਂ ਫਾਲਤੂਆਂ ਵਸਤੂਆਂ ਨੂੰ ਡਸਟਬਿਨ ਵਿੱਚ ਹੀ ਪਾਇਆ ਜਾਏ ਤਾਂ ਕਿ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਸਾਫ ਸਫਾਈ ਹੈ ਉਹ ਬਣੀ ਰਹੇ, ਪਵਿੱਤਰਤਾ ਕਾਇਮ ਰਹੇ। ਆਓ ਹੁਣ ਅਗਲੇ ਸਮੇਂ ਲਈ ਮਾਨਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਬਲਦੇਵ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਕਥਾ ਵਿਚਾਰ ਦੁਆਰਾ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ, ਸਤਿਗੁਰ ਹੋਏ ਦਇਆਲ ਨ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੀਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ।
ਦੀਨ ਦੁਨੀਆ ਦੇ ਪਾਤਸ਼ਾਹ ਸ਼ਾਹੀ ਸ਼ਹਿਨਸ਼ਾਹ ਦੋ ਆਲਮ ਪਾਕ ਇਹ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ ਸ਼ਬਦ ਗੁਰੂ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਕਲਯੁਗ ਦੇ ਜਹਾਜ਼ ਖੇਵਟ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਾਹਿਬਾਂ ਦੇ ਦਰ ਦੀਆਂ ਅਸੀਸਾਂ ਬਖਸ਼ਿਸ਼ਾਂ ਨਦਰੇ ਕਿਆਮਤਾਂ ਪ੍ਰਾਪਤ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਸੀਸ ਝੁਕਾ ਕੇ ਰਸਨਾ ਦੀ ਸਾਂਝ ਪਾਉਂਦਿਆਂ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਲੜੀਵਾਰ ਪਾਵਨ ਪਿੱਤਰ ਸ਼ਬਦ ਦੀ ਜੋ ਇਸ ਪਾਵਨ ਪਿੱਤਰ ਅਸਥਾਨ ਤੇ ਵਿਚਾਰ ਚੱਲਦੀ ਆ ਰਹੀ ਹੈ, ਇਸ ਲੜੀਵਾਰ ਵਿਚਾਰ ਦੇ ਅੰਦਰ ਬਸੰਤ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸੰਸਾਰਿਕ ਜੀਵਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅੰਦਰ ਚੱਲਣ ਦੀ ਤਾਕੀਦ ਸਮਝਾਉਂਦੇ ਨੇ, ਕਿਉਂਕਿ ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਸਮੁੱਚੇ ਸ਼ਬਦ ਦੀ ਵਿਚਾਰ ਹੁੰਦੀ ਹੈ ਔਰ ਇਸ ਅੰਮ੍ਰਿਤਮਈ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਕਹਿਣ ਤੋਂ ਮੁਰਾਦ ਇਹ ਹੈ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਪਰਮਾਤਮਾ ਦੇ ਘਰ ਦੇ ਅੰਦਰ ਪ੍ਰਵਾਨ ਹੋ ਜਾਂਦਾ ਹੈ, ਔਰ ਜਿਹੜਾ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਵੇ ਉਸ ਮਨੁੱਖ ਦਾ ਸੰਸਾਰ ਤੇ ਜੀਵਨ ਸਫਲ ਹੋ ਜਾਂਦਾ ਹੈ। ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਮਨੁੱਖ ਨੂੰ ਸੰਸਾਰ ਵਿੱਚ ਕਿਹੜੀਆਂ-ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਮੁੱਚੇ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਭੇਦ ਨੂੰ ਖੋਲ੍ਹਣਾ ਕੀਤਾ ਹੈ। ਕਿਉਂਕਿ ਸਭ ਤੋਂ ਵੱਡੀ ਪਰਮਾਤਮਾ ਦੇ ਰਸਤੇ ਵਿੱਚ ਜੇ ਮਨੁੱਖ ਦੀ ਕੋਈ ਰੁਕਾਵਟ ਹੈ ਤੇ ਉਹ ਹੈ ਮੋਹ ਮਾਇਆ ਦਾ ਪ੍ਰਭਾਵ, ਜਿਹਦੇ ਬਾਰੇ ਸਤਿਗੁਰੂ ਗੁਰਬਾਣੀ ਦੇ ਅੰਦਰ ਬੜਾ ਪਿਆਰਾ ਜ਼ਿਕਰ ਕਰਦੇ ਨੇ ਕਿ ਮਾਇਆ ਤੋਂ ਭਾਵ ਹੈ ਜਿਸ ਦਾ ਅਰਥ ਹੈ ਛਲ ਕਪਟ ਧੋਖਾ ਤੇ ਫਰੇਬ। ਭਾਵੇਂ ਉਹ ਧਨ ਪਦਾਰਥ ਹੋਵੇ ਜਾਂ ਮਨੁੱਖ ਦੇ ਪਰਮਾਤਮਾ ਦੇ ਮਿਲਾਪ ਵਿੱਚ ਰੁਕਾਵਟ ਸੰਸਾਰ ਦੀ ਕੋਈ ਵਸਤੂ ਹੋਵੇ, ਜਾਂ ਇਸਤਰੀ ਹੋਣ ਜਾਂ ਧੀਆਂ ਪੁੱਤਰਾਂ ਦਾ ਮੋਹ ਪਿਆਰ ਹੋਵੇ, ਸਤਿਗੁਰੂ ਕਹਿੰਦੇ ਇਹ ਸਾਰਾ ਕੁਝ ਮਾਇਆ ਦਾ ਰੂਪ ਹੈ। ਔਰ ਇੱਥੋਂ ਤੱਕ ਕੁਰਬਾਨ ਕੀਤਾ ਤਿਸੈ ਵਿਟਹੋਂ ਜਿਨ ਮੋਹ ਮੀਠਾ ਲਾਇਆ। ਔਰ ਇਹ ਮਾਇਆ ਦਾ ਮਿੱਠਾ ਮੋਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਸੰਸਾਰ ਦੇ ਉੱਤੇ ਮਨੁੱਖ ਨੂੰ ਲਗਾਇਆ ਹੋਇਆ ਹੈ। ਸਾਹਿਬ ਕਹਿੰਦੇ ਦੇਖੋ, ਜਦੋਂ ਕੋਈ ਵੀ ਮਨੁੱਖ ਪਰਮਾਤਮਾ ਦੇ ਮਿਲਾਪ ਵਾਸਤੇ ਉਪਰਾਲਾ ਕਰਦਾ ਹੈ ਤੇ ਸਭ ਤੋਂ ਵੱਡਾ ਤੇ ਮਨੁੱਖ ਨੂੰ ਮਾਇਆ ਦਾ ਮੋਹ ਵਿਆਪਦਾ ਨਾ, ਜਿਹੜਾ ਉਹਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ। ਪਰ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ, ਸਤਿਗੁਰੂ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਕਿ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ, ਜਿਹੜਾ ਤੇ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ, ਸਤਿਗੁਰੂ ਕਹਿੰਦੇ ਉਹ ਮਨੁੱਖ ਤੇ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਲੈਂਦਾ ਹੈ। ਔਰ ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਇਹ ਪਰਮਾਤਮਾ
ਇਹ ਸਾਰਾ ਸੰਸਾਰ ਤੇਰੇ ਹੁਕਮ ਦੇ ਵਿੱਚ ਵੱਜਾ ਹੋਇਆ ਹੈ। ਔਰ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਤੇ ਸਤਿਗੁਰ ਕਹਿੰਦੇ ਜਿੱਥੇ ਜਿੱਥੇ ਫਿਰ ਪਰਮਾਤਮਾ ਨੇ ਮਨੁੱਖ ਦੇ ਕਰਮਾਂ ਦੇ ਵਿੱਚ ਜਿੱਥੇ ਜਿੱਥੇ ਕਿਰਤ ਲਿਖੀ ਹੈ ਉਸ ਪਾਸੇ ਇਸ ਸੰਸਾਰ ਦੇ ਉੱਤੇ ਮਨੁੱਖ ਚੱਲਦਾ ਹੈ। ਸਤਿਗੁਰੂ ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸਮਝਣ ਦੀ ਗੱਲ ਕਰਦੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ, ਸਾਹਿਬ ਕਹਿੰਦੇ ਉਹ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਔਰ ਜਿਸ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਦੀ ਸਮਝ ਨਹੀਂ ਪੈਂਦੀ, ਜਬ ਲੋ ਹੁਕਮ ਨਾ ਬੂਝਤਾ ਤਬ ਹੀ ਤੇ ਦੁਖੀਆ। ਸਤਿਗੁਰ ਕਹਿੰਦੇ ਉਹਨਾਂ ਚਿਰ ਇਹ ਮਨੁੱਖ ਸੰਸਾਰ ਤੇ ਦੁਖੀ ਰਹਿੰਦਾ ਹੈ। ਔਰ ਦੁਖੀ ਹੋਣ ਦਾ ਕਾਰਨ ਵੀ ਗੁਰੂ ਸਾਹਿਬ ਜੀ ਨੇ ਪਰਮਾਤਮਾ ਦੇ ਹੁਕਮ ਨੂੰ ਨਾ ਬੁੱਝਣ ਦਾ ਕਾਰਨ ਦੱਸਿਆ। ਔਰ ਇਸੇ ਤਰ੍ਹਾਂ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਭਾਈ ਲਹਿਣਾ ਜੀ ਸੇਵਕ ਬਣ ਕੇ ਆਉਂਦੇ ਨੇ ਔਰ ਸਤਿਗੁਰੂ ਦੇ ਦਰ ਤੇ ਆ ਕੇ ਸੇਵਾ ਕਮਾਉਂਦੇ ਨੇ। ਔਰ ਉਹ ਸੇਵਾ ਜੋ ਨਿਮਰਤਾ ਦੇ ਭਾਵ ਵਿੱਚ ਰਹਿ ਕੇ ਸਤਿਗੁਰੂ ਦੇ ਚਰਨਾਂ ਵਿੱਚ ਕਮਾਈ ਜਾਂਦੀ ਹੈ, ਇਹ ਵੀ ਮਨੁੱਖ ਨੂੰ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਚੜਾਉਂਦੀ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਇਹ ਸੇਵਾ ਵੀ ਮਨੁੱਖ ਨੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਰਨ ਚੜਾਉਣ ਵਾਸਤੇ ਇਹ ਇੱਕ ਰਸਤੇ ਦੀ ਰਾਹਗੀਰੀ ਹੈ। ਇੰਜ ਕਹਿ ਦਈਏ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਘਰ ਵਿੱਚ ਸੇਵਾ ਕਰਦਾ ਹੈ, ਇਹ ਸੇਵਾ ਵੀ ਮਨੁੱਖ ਨੂੰ ਪਹਿਲਾਂ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜਾਉਂਦੀ ਹੈ। ਔਰ ਜਿਹੜਾ ਮਨੁੱਖ ਆਪਣੀ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ ਹੈ, ਉਹ ਇੱਕ ਨਾ ਇੱਕ ਦਿਨ ਪਰਮਾਤਮਾ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਆਉਂਦੇ ਨੇ ਭਾਈ ਲਹਿਣਾ ਜੀ। ਔਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਦੀਆਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਲਕਿ 12 ਵਾਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਪਰਖ ਕੇ ਵੇਖਿਆ ਕਿ ਭਾਈ ਲਹਿਣਾ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਇਆ। 12 ਵਾਰੀ ਪਰਚਾ ਪਾ ਕੇ ਵੇਖਿਆ ਜੀ ਭਾਈ ਲਹਿਣੇ ਦਾ। ਔਰ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਭ ਤੋਂ ਵੱਡੀ ਪ੍ਰੀਖਿਆ ਸੀ ਨਾ, ਉਹ ਭਾਈ ਲਹਿਣੇ ਦੀ ਇੱਕ ਮਾਇਆ ਦੇ ਰੂਪ ਵਿੱਚ ਵੀ ਕਰਨੀ ਕੀਤੀ ਕਿ ਕਿਤੇ ਭਾਈ ਲਹਿਣਾ ਸਤਿਗੁਰੂ ਵੇਖਣਾ ਚਾਹੁੰਦੇ ਨੇ ਸਾਡੇ ਪੁੱਤਰਾਂ ਵਿੱਚ, ਸੰਗਤ ਨੂੰ ਵੀ ਦੱਸਣਾ ਚਾਹੁੰਦੇ ਨੇ ਸਾਡੇ ਪੁੱਤਰਾਂ ਵਿੱਚ ਤੇ ਭਾਈ ਲਹਿਣੇ ਵਿੱਚ ਕੀ ਫਰਕ ਹੈ। ਭਾਈ ਲਹਿਣੇ ਨੇ ਕਿਵੇਂ ਮੋਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਸਾਨੂੰ ਪਹਿਚਾਨਣਾ ਕੀਤਾ ਹੈ, ਤੇ ਉਹ ਪੁੱਤਰ ਕਿਵੇਂ ਦੇ ਨੇ ਜਿਨ੍ਹਾਂ ਨੇ ਪੁੱਤਰੀ ਕੌਲ ਨਾ ਪਾਲਿਓ, ਜਿਨ੍ਹਾਂ ਨੇ ਸਾਡੇ ਹੁਕਮ ਨੂੰ ਨਹੀਂ ਮੰਨਿਆ। ਅਖੀਰ ਇਤਿਹਾਸਕਾਰ ਕਹਿੰਦੇ ਨੇ ਇੱਕ ਦਿਨ ਐਸਾ ਆਇਆ ਜਦੋਂ ਬਾਬੇ ਨਾਨਕ ਨੇ ਸਾਰਿਆਂ ਨੂੰ ਇਹ ਦੱਸਣਾ ਚਾਹਿਆ ਕਿ ਭਾਈ ਲਹਿਣਾ ਸਾਡੀ ਨਜ਼ਰ ਵਿੱਚ ਪ੍ਰਵਾਨ ਕਿਵੇਂ ਹੈ। ਕਿਉਂਕਿ ਜਿਹੜਾ ਹੁਕਮ ਮੰਨਦਾ ਪ੍ਰਵਾਨ ਤੇ ਉਹੀ ਹੋਵੇਗਾ ਨਾ। ਹੁਣ ਸਾਰੇ ਜਾਣਦੇ ਨੇ ਕਿ ਪੁੱਤਰ ਭਾਵੇਂ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ, ਪਰ ਇਹਨਾਂ ਨੇ ਬਾਬੇ ਨਾਨਕ ਨੂੰ ਸਮਝਿਆ ਨਹੀਂ। ਪਰ ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਦਿਨ ਪਰਚਾ ਪਾ ਕੇ ਸਾਰੀ ਸੰਗਤ ਵਿੱਚ ਦੱਸਦੇ ਨੇ, ਹੱਥ ਵਿੱਚ ਇੱਕ ਟਕਾ ਲੈ ਕੇ, ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਪਹਿਲਾਂ ਆਪਣੇ ਵੱਡੇ ਪੁੱਤਰ ਨੂੰ ਪੁੱਛਦੇ ਨੇ, ਕਹਿੰਦੇ ਪੁੱਤਰਾ ਉਹ ਸਾਡੀ ਮੁੱਠੀ ਵਿੱਚ ਕੀ ਹੈ। ਤੇ ਬਾਬਾ ਸ੍ਰੀ ਚੰਦ ਆਦਿ ਵਰਗੇ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੀ ਮੁੱਠੀ ਦੇ ਵਿੱਚ ਇੱਕ ਟਕਾ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ਼ਾਰਾ ਵੀ ਕੀਤਾ, ਕਹਿੰਦੇ ਪੁੱਤਰ ਕੁਝ ਹੋਰ, ਕਹਿੰਦੇ ਜੀ ਹੋਰ ਕੁਝ ਵੀ ਨਹੀਂ। ਫਿਰ ਦੂਸਰੀ ਵਾਰੀ ਭਾਈ ਲੈਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਨੂੰ ਪੁੱਛਦੇ ਨੇ, ਕਹਿੰਦੇ ਪੁੱਤਰਾ ਸਾਡੀ ਮੁੱਠੀ 'ਚ ਕੀ। ਤੇ ਬਾਬਾ ਲਖਮੀ ਦਾਸ ਨੇ ਵੀ ਇਹੀ ਬਚਨ ਕਿਹਾ, ਕਹਿੰਦੇ ਪਿਤਾ ਜੀ ਤੁਹਾਡੀ ਮੁੱਠੀ ਦੇ ਵਿੱਚ ਇੱਕ ਟਕਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਪੁੱਤਰ ਕੁਝ ਹੋਰ, ਕਹਿੰਦਾ ਜੀ ਹੋਰ ਕੁਝ ਵੀ ਨਹੀਂ, ਬਸ ਇੱਕ ਟਕਾ ਤੁਹਾਡੀ ਮੁੱਠੀ 'ਚ। ਜਦੋਂ ਇਹੀ ਸਵਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਤੇ ਕੀਤਾ, ਕਹਿੰਦੇ ਲਹਿਣਿਆ ਤੂੰ ਦੱਸ ਸਾਡੀ ਮੁੱਠੀ 'ਚ ਕੀ ਹੈ। ਤੇ ਕਹਿੰਦੇ ਨੇ ਉਸ ਵਕਤ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ,
ਕਹਿੰਦਾ ਦਾਤਾ ਮੇਰੇ ਵਿੱਚ ਸਮਰੱਥਾ ਨਹੀਂ, ਮੇਰੇ ਵਿੱਚ ਯੋਗਤਾ ਹੀ ਨਹੀਂ ਕਿ ਮੈਂ ਬਿਆਨ ਕਰ ਸਕਾਂ ਕਿ ਤੁਹਾਡੀ ਮੁੱਠੀ ਵਿੱਚ ਕੀ ਕੁਝ ਹੈ। ਕਿਉਂਕਿ ਸਾਰੇ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੂੰ ਬਾਬੇ ਨਾਨਕ ਨੇ ਇਸ਼ਾਰਾ ਵੀ ਕੀਤਾ ਹੈ ਕਿ ਪੁੱਤਰ ਕੁਝ ਹੋਰ, ਤੇ ਉਹਨਾਂ ਨੂੰ ਕੁਝ ਹੋਰ ਨਜ਼ਰ ਨਹੀਂ ਆਇਆ। ਭਾਈ ਲਹਿਣੇ ਨੂੰ ਬਾਬੇ ਨਾਨਕ ਦੀ ਮੁੱਠੀ ਵਿੱਚ ਹੋਰ ਕੀ ਕੁਝ ਨਜ਼ਰ ਆਇਆ ਹੈ, ਜਿਹਦੇ ਕਰਕੇ ਭਾਈ ਲਹਿਣਾ ਬਾਬੇ ਨਾਨਕ ਦੇ ਅੱਗੇ ਸਿਰ ਝੁਕਾ ਕੇ ਅੱਜ ਇਹ ਗੱਲ ਕਹਿ ਰਿਹਾ ਹੈ, ਮੇਰੇ ਦਾਤਾ ਮੇਰੇ ਵਿੱਚ ਤੇ ਸਮਰੱਥਾ ਹੀ ਨਹੀਂ ਕਿ ਮੈਂ ਬਿਆਨ ਕਰ ਸਕਾਂ ਕਿ ਤੁਹਾਡੀ ਮੁੱਠੀ 'ਚ ਕੀ ਹੈ। ਔਰ ਅਖੀਰ ਤੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਹੀਂ ਭਾਈ ਲਹਿਣਿਆ ਤੈਨੂੰ ਦੱਸਣਾ ਪਵੇਗਾ, ਨਹੀਂ ਤੇ ਸੰਸਾਰ ਦੇ ਲੋਕ ਕਹਿਣਗੇ ਕਿ ਜ਼ਿੰਮੇਵਾਰੀਆਂ ਦੀ ਪੰਡ ਤੇ ਪੁੱਤਰ ਵੀ ਉਠਾ ਸਕਦੇ ਸੀ, ਪਰ ਬਾਬੇ ਨਾਨਕ ਨੇ ਜਾਣ ਬੁੱਝ ਕੇ ਇਹ ਜ਼ਿੰਮੇਵਾਰੀਆਂ ਦੀ ਪੰਡ ਆਪਣੇ ਸੇਵਕ ਭਾਈ ਲਹਿਣੇ ਨੂੰ ਸੌਂਪੀ ਹੈ। ਜਦੋਂ ਇਹ ਬਚਨ ਕਿਹਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਹਿਣੇ ਨੂੰ ਕਹਿੰਦੇ ਨੇ, ਤੂੰ ਬੋਲ ਕੇ ਦੱਸ। ਤੇ ਭਾਈ ਲਹਿਣਾ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਕਹਿੰਦਾ, ਦਾਤਾ 9 ਨਿਤੀਆਂ 18 ਸਿੱਧੀਆਂ ਸਾਰੀਆਂ ਬਰਕਤਾਂ ਤਾਕਤਾਂ ਰਹਿਮਤਾਂ ਮੇਰੇ ਸਤਿਗੁਰੂ ਜੀ, ਮਾਇਆ ਤਾਂ ਕੀ ਮੈਂ ਇੱਥੋਂ ਤੱਕ ਬਿਆਨ ਕਰਦਿਆਂ ਰੱਬ ਵੀ ਤੁਹਾਡੀ ਮੁੱਠੀ ਦੇ ਵਿੱਚ ਹੈ। ਇਹ ਭਾਈ ਲਹਿਣੇ ਦਾ ਉੱਤਰ ਸੀ। ਤੇ ਬਾਬੇ ਨਾਨਕ ਨੇ ਸਾਰਿਆਂ ਨੂੰ ਉੱਥੇ ਸਮਝਾਉਣਾ ਕੀਤਾ, ਦੇਖੋ ਪੁੱਤਰਾਂ ਦੀ ਸੋਚ ਟਕਿਆਂ ਤੋਂ ਅੱਗੇ ਨਹੀਂ ਵਧੀ, ਇਹਨਾਂ ਦਾ ਧਿਆਨ ਕੇਵਲ ਟਕਿਆਂ ਤੱਕ ਸੀਮਤ ਹੈ। ਔਰ ਜੇ ਕਿਸੇ ਨੇ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਸਾਡੇ ਹੁਕਮ ਨੂੰ ਸਮਝਿਆ ਤੇ ਉਹ ਕੇਵਲ ਤੇ ਕੇਵਲ ਇੱਕ ਭਾਈ ਲੈਣਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜ਼ਿੰਮੇਵਾਰੀਆਂ ਦੀ ਪੰਡ ਆਪਣੇ ਪੁੱਤਰਾਂ ਨੂੰ ਨਹੀਂ ਬਲਕਿ ਆਪਣੇ ਸੇਵਕ ਭਾਈ ਲਹਿਣੇ ਨੂੰ ਸੌਂਪ ਕੇ ਸਾਹਿਬਾਂ ਨੇ ਭਾਈ ਲਹਿਣੇ ਨੂੰ ਆਪਣੀ ਨਜ਼ਰ ਵਿੱਚ ਪ੍ਰਵਾਨ ਕਰਕੇ ਗੁਰੂ ਅੰਗਦ ਬਣਾ ਦਿੱਤਾ। ਕਹਿਣ ਤੋਂ ਮੁਰਾਦ ਇਹ ਹੈ, ਜੇ ਭਾਈ ਲਹਿਣੇ ਨੇ ਬਾਬੇ ਨਾਨਕ ਦੇ ਹੁਕਮ ਨੂੰ ਸਮਝਿਆ ਤੇ ਤਾਂ ਹੀ ਤੇ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਤੇ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਸਕੇ ਨੇ ਨਾ। ਅੱਜ ਦੇ ਮੁਬਾਰਕ ਸ਼ਬਦ ਦੇ ਅੰਦਰ ਵੀ ਸਤਿਗੁਰੂ ਇਹੀ ਕੁਝ ਸਮਝਾ ਰਹੇ ਨੇ, ਹੁਕਮ ਮੰਨੇ ਸੋ ਜਨ ਪ੍ਰਵਾਨ। ਕਹਿੰਦੇ ਕੌਣ ਪ੍ਰਵਾਨ ਨੇ? ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਨੇ। ਜਿਵੇਂ ਆਪਾਂ ਆਰੰਭ ਵਿੱਚ ਸ਼ਬਦ ਪੜ੍ਹ ਰਹੇ ਸਾਂ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਗੁਰੂ ਤੇ ਕਦੋਂ ਦਇਆਵਾਨ ਹੋਵੇਗਾ? ਜਦੋਂ ਗੁਰੂ ਦੇ ਹੁਕਮ ਵਿੱਚ ਚੱਲਾਂਗੇ। ਤੇ ਜਦੋਂ ਗੁਰੂ ਦੇ ਹੁਕਮ ਵਿੱਚ ਚੱਲਣ ਦੀ ਜਾਚ ਆ ਗਈ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇ ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਨਾ, ਫਿਰ ਪਰਮਾਤਮਾ ਨੇ ਆਪੇ ਹੀ ਕਿਰਪਾ ਕਰ ਦੇਣੀ। ਕਿਉਂਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਇਹ ਵਡਿਆਈਆਂ ਵੀ ਪਰਮਾਤਮਾ ਦੇ ਹੁਕਮ ਵਿੱਚ ਮਿਲਦੀਆਂ ਨੇ। ਜੇ ਪਰਮਾਤਮਾ ਦਾ ਹੁਕਮ ਹੋਵੇ ਤੇ ਮਨੁੱਖ ਨੂੰ ਵਡਿਆਈਆਂ ਮਿਲ ਜਾਂਦੀਆਂ ਨੇ। ਜੇ ਪਰਮਾਤਮਾ ਦਾ ਹੁਕਮ ਨਾ ਹੋਵੇ ਨਾ, ਮਨੁੱਖ ਭਾਵੇਂ ਲੱਖਾਂ ਯਤਨ ਕਰ ਲਵੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਇਹ ਵਡਿਆਈਆਂ ਕਿਹਦੇ ਹੱਥ ਵਿੱਚ ਨੇ? ਪਰਮਾਤਮਾ ਦੇ ਹੱਥ ਵਿੱਚ। ਤੇ ਸਤਿਗੁਰੂ ਕਹਿੰਦੇ ਨੇ ਹੁਕਮ ਮਿਲੈ ਵਡਿਆਈ, ਹੁਕਮ ਲਿਖ ਦੁੱਖ ਸੁੱਖ ਪਾਈਐ। ਔਰ ਇਹ ਜਿਹੜੇ ਦੁੱਖ ਤੇ ਸੁੱਖ ਸਾਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੁੰਦੇ ਨੇ, ਇਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਪ੍ਰਾਪਤ ਹੁੰਦੇ ਨੇ। ਆਪਾਂ ਥੋੜੇ ਦਿਨ ਪਹਿਲਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਔਰ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਦਾ ਆਪਾਂ ਸ਼ਹੀਦੀ ਪੁਰਬ ਮਨਾਇਆ। ਔਰ ਸਾਧ ਸੰਗਤ ਜੀ ਦੇਖੋ, ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਖਲੋ ਕੇ ਪਰਮਾਤਮਾ ਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਔਰ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿ ਕੇ ਆਪਣੇ ਆਪੇ ਨੂੰ ਕੁਰਬਾਨ ਕਰ ਦੇਣਾ, ਇਹ ਵੀ ਤੇ ਇੱਕ ਪਰਮਾਤਮਾ ਦਾ ਹੁਕਮ ਹੀ ਸੀ ਨਾ, ਜਿਹੜਾ ਉਹਨਾਂ ਸਾਹਿਬਜ਼ਾਦਿਆਂ ਨੇ ਆਪਣੀ ਸੀਸ ਦੇ ਉੱਤੇ 7 ਸਾਲ ਔਰ 9 ਸਾਲ ਦੀ ਉਮਰ ਵਿੱਚ ਵੀ ਪ੍ਰਵਾਨ ਕੀਤਾ। ਨਹੀਂ ਤੇ ਮਨੁੱਖ 100 ਸਾਲ ਦੀ ਉਮਰ ਵੀ ਹੋ ਜਾਵੇ ਨਾ, ਤਾਂ ਵੀ ਜਦੋਂ ਰੱਬ ਦਾ ਹੁਕਮ ਆਉਂਦਾ ਨਾ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਨਾ, ਕੱਲੇ ਆਵੈ ਨਾਨਕਾ ਸੱਦੇ
ਉੱਠੀ ਜਾਏ। ਤੇ ਉਦੋਂ ਵੀ ਮਨੁੱਖ ਪਰਮਾਤਮਾ ਦਾ ਹੁਕਮ ਮੰਨਣ ਤੋਂ ਇਨਕਾਰ ਕਰਦਾ ਹੈ, ਭਾਵੇਂ ਕਿ 100 ਸਾਲ ਮਨੁੱਖ ਦੀ ਜ਼ਿੰਦਗੀ ਬਤੀਤ ਹੋ ਜਾਵੇ, ਪਰ ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਹੈ ਨਾ, ਉਦੋਂ ਵੀ ਕਹਿੰਦਾ ਪਰਮਾਤਮਾ ਅਜੇ ਥੋੜਾ ਸਮਾਂ ਹੋਰ ਸੰਸਾਰ ਤੇ ਜੀਵਤ ਰਹਿਣ ਦਿਓ। 100 ਸਾਲ ਦੀ ਜ਼ਿੰਦਗੀ ਭੋਗ ਕੇ ਵੀ ਕੋਈ ਮਨੁੱਖ ਰੱਬ ਦੇ ਹੁਕਮ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦਾ। ਤੇ ਉਹ ਸਾਹਿਬਜ਼ਾਦੇ ਨੇ ਜਿਹੜਾ 7 ਸਾਲ ਦੀ ਉਮਰ ਵਿੱਚ ਵੀ ਰੱਬ ਦੇ ਹੁਕਮ ਨੂੰ ਪ੍ਰਵਾਨ ਕੀਤਾ। ਕਿਉਂ? ਪਤਾ ਹੈ ਮੌਤ ਤੇ ਇੱਕ ਦਿਨ ਆਉਣੀ ਹੈ, ਪਰ ਉਹ ਮੌਤ ਸਦਾ ਵਾਸਤੇ ਮਨੁੱਖ ਨੂੰ ਸੰਸਾਰ ਦੇ ਉੱਤੇ ਜੀਵਤ ਕਰ ਦਿੰਦੀ ਹੈ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਹੜੀ ਮੌਤ ਮਨੁੱਖ ਨੂੰ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਚੜਾ ਦਿੰਦੀ ਹੈ, ਉਹ ਮੌਤ ਵੀ ਸੰਸਾਰ ਦੇ ਉੱਤੇ ਰੱਬ ਨੂੰ ਪ੍ਰਵਾਨ ਹੈ। ਜਿਹੜੀ ਮੌਤ ਮਨੁੱਖ ਮਰਿਆ ਵੀ ਸੰਸਾਰ ਦੇ ਉੱਤੇ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਨਾ ਚੜ ਸਕੇ, ਸਾਰਾ ਜੀਵਨ ਬਤੀਤ ਕਰ ਦੇਵੇ, ਉਹ ਜੀਵਨ ਵੀ ਕਿਸੇ ਲੇਖੇ ਵਿੱਚ ਨਹੀਂ ਜਿਹੜਾ ਆਪਾਂ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਕੇ ਜੀਵਤ ਸੰਸਾਰ ਤੇ ਜੀਵਨ ਬਤੀਤ ਕਰਦੇ ਹਾਂ। ਸਾਧ ਸੰਗਤ ਜੀ, ਜੇ ਹੁਕਮ ਦੀ ਗੱਲ ਕਰੀਏ ਤੇ ਭਾਈ ਨੰਦ ਲਾਲ ਸਿੰਘ ਜੀ, ਜਦੋਂ ਉਹਨਾਂ ਦਾ ਇਤਿਹਾਸ ਪੜ੍ਹੀਏ ਨਾ, ਤੇ ਉਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਪ੍ਰਭਾਵ ਹੀ ਉਸ ਦਿਨ ਬਣਿਆ ਸੀ ਜਦੋਂ ਉਹਨਾਂ ਨੇ ਗੁਰੂ ਕਲਗੀਧਰ ਪਿਤਾ ਦੇ ਹੁਕਮ ਦੀ ਗੱਲ ਨੂੰ ਸਮਝਿਆ। ਕਿਉਂਕਿ ਜ਼ਿੰਦਗੀ 'ਚ ਇੱਕ ਦਿਨ ਐਸਾ ਆਇਆ ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ। ਉਹ ਸ਼ੰਕਾ ਕੀ ਹੈ? ਕੁਰਾਨ ਦੀਆਂ ਕੁਝ ਆਇਤਾਂ ਦੇ ਅਰਥ ਔਰੰਗਜ਼ੇਬ ਬਾਦਸ਼ਾਹ ਪੁੱਛਣਾ ਚਾਹੁੰਦਾ ਹੈ। ਬੜਿਆਂ ਨੇ ਆ ਕੇ ਉਹ ਕੁਰਾਨ ਦੀ ਆਇਤ ਦੇ ਅਰਥ ਕੀਤੇ, ਪਰ ਕੋਈ ਔਰੰਗਜ਼ੇਬ ਬਾਦਸ਼ਾਹ ਦੀ ਤਸੱਲੀ ਨਹੀਂ ਕਰਵਾ ਸਕਿਆ। ਅਖੀਰ ਇੱਕ ਦਿਨ ਭਾਈ ਨੰਦ ਲਾਲ ਜੀ ਉਹਨਾਂ ਨੇ ਜਾ ਕੇ ਜਦੋਂ ਹੋ ਗਈ, ਔਰੰਗਜ਼ੇਬ ਬਾਦਸ਼ਾਹ ਭਾਈ ਨੰਦ ਲਾਲ ਸਿੰਘ ਜੀ ਦਾ ਲਿਬਾਸ ਦੇਖ ਕੇ ਮਨ ਵਿੱਚ ਵਿਚਾਰ ਕਰਦਾ ਹੈ, ਕਹਿੰਦੇ ਕਿ ਏਡਾ ਵਿਦਵਾਨ ਬੰਦਾ ਅਜੇ ਤੱਕ ਹਿੰਦੂ ਹੈ। ਔਰ ਉਸੇ ਦਿਨ ਨੀਅਤ ਬਦਨੀਅਤ ਹੋ ਗਈ ਔਰ ਆਪਣੇ ਸੰਗੀਆਂ ਤੇ ਸਾਥੀਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਇਹਨੂੰ ਕੱਲ ਨੂੰ ਕਿਸੇ ਤਰ੍ਹਾਂ ਤਰੀਕੇ ਤੇ ਜੁਗਤੀ ਦੇ ਨਾਲ ਦੀਨੇ ਇਸਲਾਮ ਕਬੂਲ ਕਰਵਾ ਦਿਓ। ਕਹਿੰਦੇ ਬਹਾਦਰ ਸ਼ਾਹ ਜਿਹੜਾ ਭਾਈ ਨੰਦ ਲਾਲ ਜੀ ਦੇ ਕੋਲੋਂ ਦੁਨਿਆਵੀ ਵਿੱਦਿਆ ਪੜ੍ਹਦਾ ਸੀ, ਜਦੋਂ ਉਹਦੇ ਕੰਨਾਂ ਵਿੱਚ ਇਹ ਖਬਰ ਪਹੁੰਚੀ ਕਿ ਕੱਲ ਨੂੰ ਮੇਰੇ ਉਸਤਾਦ, ਮੇਰੇ ਧਾਰਮਿਕ ਟੀਚਰ ਔਰ ਇਹਨਾਂ ਨੂੰ ਜਿਹੜਾ ਜੋ ਸਤਿਕਾਰਯੋਗ ਨੇ, ਜੋ ਪੂਜਣਯੋਗ ਨੇ, ਕੱਲ ਨੂੰ ਇਹਨਾਂ ਨੂੰ ਦੀਨੇ ਇਸਲਾਮ ਕਬੂਲ ਕਰਵਾਇਆ ਜਾਣਾ ਹੈ, ਪਰ ਇਹ ਆਪਣੇ ਧਰਮ ਦੇ ਨਾਲ ਪਿਆਰ ਬੜਾ ਕਰਦੇ ਨੇ, ਕਿਉਂਕਿ ਦੁਨੀਆ ਦੇ ਹਰੇਕ ਮਨੁੱਖ ਨੂੰ ਆਪੋ ਆਪਣਾ ਧਰਮ ਪਿਆਰਾ ਹੁੰਦਾ ਹੈ। ਕਹਿੰਦੇ ਨੇ ਜਦੋਂ ਬਹਾਦਰ ਸ਼ਾਹ ਨੇ ਆ ਕੇ ਭਾਈ ਨੰਦ ਲਾਲ ਜੀ ਲਾਗੇ ਜ਼ਿਕਰ ਕੀਤਾ ਨਾ, ਕਹਿੰਦੇ ਨੰਦ ਲਾਲ ਜੀ ਤੁਹਾਡਾ ਧਰਮ ਤੇ ਈਮਾਨ ਖਤਰੇ ਵਿੱਚ ਹੈ, ਕਿਉਂਕਿ ਮੇਰੇ ਪਿਤਾ ਦੀ ਨੀਅਤ ਬਦਨੀਅਤ ਹੋ ਗਈ। ਕਹਿੰਦੇ ਨੰਦ ਲਾਲ ਜੀ ਹਰੇਕ ਮਨੁੱਖ ਨੂੰ ਆਪੋ ਆਪਣਾ ਧਰਮ ਪਿਆਰਾ ਹੁੰਦਾ ਹੈ, ਤੇ ਤੁਸੀਂ ਕਿਰਪਾ ਕਰੋ ਜੇ ਆਪਣਾ ਧਰਮ ਈਮਾਨ ਬਚਾਉਣਾ ਚਾਹੁੰਦੇ ਹੋ ਨਾ, ਤੇ ਫਿਰ ਰਾਤੋਂ ਰਾਤ ਇੱਥੋਂ ਛੱਡ ਕੇ ਤੇ ਚਲਾ ਜਾਵੋ। ਤੇ ਕਹਿੰਦੇ ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਹਾਦਰ ਸ਼ਾਹ ਜੀ ਜਾਵਾਂ ਕਿੱਥੇ? ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੁਹਾਡੇ ਪਿਤਾ ਦਾ ਹੁਕਮ ਚੱਲਦਾ ਹੈ। ਕਹਿੰਦੇ ਜੇ ਮੈਂ ਇੱਥੋਂ ਛੱਡ ਕੇ ਕਿਸੇ ਹੋਰ ਪਾਸੇ ਚਲਾ ਗਿਆ, ਤੇਰਾ ਪਿਤਾ ਤੇ ਉੱਥੋਂ ਵੀ ਮੈਨੂੰ ਪਕੜ ਕੇ ਲੈ ਆਵੇਗਾ, ਪਰ ਕਹਿੰਦਾ ਮੈਂ ਜਾਵਾਂ ਤੇ ਜਾਵਾਂ ਕਿੱਥੇ? ਤੇ ਬਹਾਦਰ ਸ਼ਾਹ ਗੁਰੂ ਨਾਨਕ ਦੇ ਘਰ ਬਾਰੇ ਚੰਗੀ ਤਰ੍ਹਾਂ ਸਮਝਦਾ ਸੀ। ਬਹਾਦਰ ਸ਼ਾਹ ਕਹਿਣ ਲੱਗਾ, ਭਾਵੇਂ ਕਿ ਮੇਰਾ ਪਿਤਾ ਦੁਨੀਆ ਦਾ ਬਾਦਸ਼ਾਹ ਹੈ, ਉਹਦਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੁਕਮ ਚੱਲਦਾ ਹੈ, ਪਰ ਦੁਨੀਆ ਦਾ ਇੱਕ ਐਸਾ ਕੋਨਾ ਹੈ ਜਿੱਥੇ ਮੇਰੇ ਪਿਤਾ ਦਾ ਨਹੀਂ, ਜਿੱਥੇ ਦੀਨ ਦੁਨੀਆ ਦੇ ਪਾਤਸ਼ਾਹ ਦਾ ਹੁਕਮ ਚੱਲਦਾ ਹੈ। ਕਹਿੰਦੇ ਇਹ ਗੱਲ ਭਾਈ ਨੰਦ ਲਾਲ ਦੇ ਮਨ ਵਿੱਚ ਬੜੀ ਟਣਕੀ। ਉਹ ਕਹਿੰਦੇ ਕਮਾਲ ਦੀ ਗੱਲ ਕਿ ਦੁਨੀਆ ਦਾ ਐਸਾ ਵੀ ਕੋਈ ਕੋਨਾ ਹੈ ਜਿੱਥੇ ਦੁਨੀਆ ਦੇ ਬਾਦਸ਼ਾਹ ਦਾ ਹੁਕਮ ਨਾ ਚੱਲਦਾ ਹੋਵੇ ਤੇ ਕਿਸੇ ਹੋਰ ਦਾ ਹੁਕਮ ਚੱਲਦਾ ਹੋਵੇ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਵੀ ਉਹ ਕਿਹੜਾ ਕੋਨਾ ਤੇ ਕਿੱਥੇ? ਕਹਿੰਦੇ ਜੀ ਉਹ ਹੈ ਆਨੰਦਪੁਰ ਸਾਹਿਬ ਦੀ ਧਰਤੀ, ਜਿੱਥੇ ਮੇਰੇ ਪਿਤਾ ਦਾ ਨਹੀਂ,
ਉਹ ਜਿੱਥੇ ਦਸ਼ਮੇਸ਼ ਪਿਤਾ ਦਾ ਹੁਕਮ ਚੱਲਦਾ ਹੈ। ਕਹਿੰਦੇ ਜਦੋਂ ਇੰਨਾ ਬਚਨ ਕਿਹਾ ਨਾ, ਤੇ ਕਹਿੰਦੇ ਭਾਈ ਨੰਦ ਲਾਲ ਸਿੰਘ ਜੀ ਨੂੰ ਇੰਨੀ ਕੁ ਸਮਝ ਜ਼ਰੂਰ ਆ ਗਈ ਕਿ ਜੇ ਦੀਨ ਦੁਨੀਆ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ ਚਲਾ ਜਾਵਾਂਗਾ ਤੇ ਮੇਰਾ ਧਰਮ ਤੇ ਈਮਾਨ ਬਚ ਸਕਦਾ ਹੈ। ਕਿਉਂਕਿ ਭਾਈ ਨੰਦ ਲਾਲ ਨੂੰ ਬਹਾਦਰ ਸ਼ਾਹ ਨੇ ਇਹ ਵੀ ਗੱਲ ਸਮਝਾਈ। ਭਾਈ ਨੰਦ ਲਾਲ ਜੀ ਅਗਲੀ ਗੱਲ ਕਹਿਣ ਲੱਗੇ, ਕਹਿੰਦੇ ਜੇ ਇੱਥੋਂ ਧਰਮ ਬਚਾ ਕੇ ਉਹਨਾਂ ਦੇ ਕੋਲ ਚਲਾ ਗਿਆ ਤੇ ਉਹਨਾਂ ਨੇ ਜਬਰਨ ਆਪਣਾ ਧਰਮ ਕਬੂਲ ਕਰਵਾ ਲਿਆ ਫੇਰ, ਤੇ ਬਹਾਦਰ ਸ਼ਾਹ ਨੇ ਅੱਗੋਂ ਬੜਾ ਪਿਆਰਾ ਉੱਤਰ ਦਿੱਤਾ। ਉਹ ਕਹਿੰਦੇ ਉੱਥੇ ਧਰਮ ਬਦਲਾਇਆ ਨਹੀਂ ਜਾਂਦਾ ਔਰ ਉੱਥੇ ਤੇ ਸੀਸ ਦੇ ਕੇ ਧਰਮ ਬਚਾਇਆ ਜਾਂਦਾ ਹੈ। ਇਹ ਉਹ ਗੁਰੂ ਨਾਨਕ ਦਾ ਧਰਮ ਹੈ ਜਿਹੜਾ ਕਿਸੇ ਦੇ ਉੱਤੇ ਨਾ ਤੇ ਜੋਰਾ ਜਬਰੀ ਕਰਦਾ ਹੈ ਤੇ ਨਾ ਕਿਸੇ ਦੀ ਜੋਰਾ ਜਬਰੀ ਸਹਿਣ ਕਰਦਾ ਹੈ। ਕਹਿੰਦੇ ਉੱਥੇ ਧਰਮ ਬਦਲਾਇਆ ਨਹੀਂ ਜਾਂਦਾ, ਉੱਥੇ ਧਰਮ ਬਚਾਇਆ ਜਾਂਦਾ ਹੈ। ਤੇ ਭਾਈ ਨੰਦ ਲਾਲ ਦੇ ਮਨ ਵਿੱਚ ਇਹ ਗੱਲ ਬੜੀ ਪਰਪੱਕ ਕਰ ਗਈ ਕਿ ਕਮਾਲ ਦੀ ਗੱਲ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਕੋਈ ਐਸਾ ਵੀ ਥਾਂ ਹੈ ਜਿੱਥੇ ਬਾਦਸ਼ਾਹ ਤੋਂ ਵੀ ਵੱਡਾ ਹੁਕਮ ਚੱਲਦਾ ਹੋਵੇ। ਤੇ ਕਹਿੰਦੇ ਨੇ ਬਹਾਦਰ ਸ਼ਾਹ ਨੇ ਆਪਣਾ ਘੋੜਾ ਦਿੱਤਾ ਭਾਈ ਨੰਦ ਲਾਲ ਜੀ ਨੂੰ ਤੇ ਉੱਥੋਂ ਭਜਾ ਦਿੱਤਾ। ਤੇ ਸਮਾਂ ਪਾ ਕੇ ਭਾਈ ਨੰਦ ਲਾਲ ਜੀ ਅੰਮ੍ਰਿਤ ਦੇ ਦਾਤੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ। ਔਰ ਇੱਥੇ ਆ ਕੇ ਦੇਖੋ ਫਿਰ ਉਹਨਾਂ ਦੇ ਮਨ ਵਿੱਚ ਸਤਿਗੁਰੂ ਦੇ ਮੁਬਾਰਕ ਚਰਨਾਂ ਨਾਲ ਕਿਵੇਂ ਪਿਆਰ ਬਣਿਆ। ਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਦਵਾਨਾਂ ਦੀ ਬੜੀ ਕਦਰ ਕਰਿਆ ਕਰਦੇ ਸਨ। ਭਾਈ ਨੰਦ ਲਾਲ ਜੀ ਵੀ ਇੱਕ ਵਿਦਵਾਨ ਨੇ। ਇਹਨਾਂ ਨੇ ਆ ਕੇ ਬਹੁਤ ਸਾਰੀਆਂ ਕਿਤਾਬਾਂ ਪੁਸਤਕਾਂ ਭੇਟ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਕੀਤੀਆਂ। ਗੁਰੂ ਕਲਗੀਧਰ ਪਿਤਾ ਇਹਨਾਂ ਤੋਂ ਬੜੇ ਖੁਸ਼ ਹੋਏ। ਔਰ ਭਾਈ ਨੰਦ ਲਾਲ ਜੀ ਇੱਥੇ ਆ ਕੇ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ ਕਰਦੇ ਨੇ। ਔਰ ਇੱਕ ਦਿਨ ਕੋਈ ਮੁਲਤਾਨ ਦੀ ਧਰਤੀ ਤੋਂ ਚੱਲ ਕੇ ਆਇਆ ਤੇ ਉਹਨੇ ਆ ਕੇ ਜਦੋਂ ਆਨੰਦਪੁਰ ਸਾਹਿਬ ਆ ਕੇ ਵੇਖਿਆ ਨਾ, ਜਦੋਂ ਆਨੰਦਪੁਰ ਸਾਹਿਬ ਆ ਕੇ ਤੱਕਿਆ ਤੇ ਉਹ ਭਾਈ ਨੰਦ ਲਾਲ ਜਿਹੜੇ ਕਿਸੇ ਸਮੇਂ ਬੜੇ ਸੋਹਣੇ ਮਹਿਲਾਂ ਦੇ ਵਿੱਚ ਬਾਦਸ਼ਾਹ ਦੇ ਸਹਿਜਾਦੇ ਨੂੰ ਪੜ੍ਹਾਉਣ ਕਰਕੇ ਰਹਿੰਦੇ ਸਨ, ਉਹਨਾਂ ਦਾ ਰਹਿਣ ਸਹਿਣ ਬੜਾ ਵਧੀਆ ਔਰ ਉਹਨਾਂ ਦੇ ਕੋਲ ਬੜਾ ਉੱਚਾ ਮਰਤਬਾ ਔਰ ਸਾਰੇ ਉਹਦਾ ਹੁਕਮ ਮੰਨਦੇ ਸੀ। ਤੇ ਅੱਜ ਉਹ ਭਾਈ ਨੰਦ ਲਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ ਕਰਦਾ ਹੈ। ਤੇ ਉਸ ਇਨਸਾਨ ਨੇ ਇੱਕ ਮਿਹਣਾ ਮਾਰਿਆ ਭਾਈ ਨੰਦ ਲਾਲ ਜੀ ਨੂੰ। ਕਹਿੰਦੇ ਨੰਦ ਲਾਲ, ਇੰਜ ਲੱਗਦਾ ਕਿ ਗੁਰੂ ਕਲਗੀਧਰ ਪਿਤਾ ਨੇ ਤੇਰੇ ਗੁਣ ਦੀ ਕਦਰ ਨੂੰ ਸਮਝਿਆ ਨਹੀਂ। ਤੇ ਜਿਹੜੀ ਗੱਲ ਫਿਰ ਪਿਆਰ ਵਿੱਚ ਭਿੱਜੀ ਰੂਹ ਭਾਈ ਨੰਦ ਲਾਲ ਨੇ ਅੱਗੋਂ ਉੱਤਰ ਦੇ ਕੇ ਕਹੀ ਨਾ, ਉਹ ਬੜੀ ਬਾ ਕਮਾਲ ਸੀ। ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਓਏ ਅੱਗੇ ਤੋਂ ਬਾਅਦ ਇਹ ਗੱਲ ਨਾ ਕਹੀਂ ਕਿ ਦਸ਼ਮੇਸ਼ ਪਿਤਾ ਨੇ ਮੇਰੇ ਗੁਣ ਦੀ ਕਦਰ ਨੂੰ ਸਮਝਿਆ ਨਹੀਂ। ਤੂੰ ਕੇਵਲ ਤੇ ਕੇਵਲ ਦੁਨਿਆਵੀ ਧਨ ਵੇਖ ਕੇ ਇਹ ਗੱਲ ਕਹਿੰਦਾ ਪਿਆ ਕਿ ਭਾਈ ਨੰਦ ਲਾਲ ਜੀ ਇੱਥੇ ਆ ਕੇ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ ਕਰਦੇ ਨੇ। ਕਹਿੰਦੇ ਅਸਲ ਗੱਲ ਤੇ ਇਹ ਹੈ, ਮੈਂ ਜਦੋਂ ਦਾ ਸਤਿਗੁਰ ਦੇ ਚਰਨਾਂ ਵਿੱਚ ਚੱਲ ਕੇ ਆਇਆ ਨਾ, ਜੇ ਤੂੰ ਦੁਨਿਆਵੀ ਧਨ ਦੀ ਗੱਲ ਕਰੇ ਨਾ, ਆ ਜਿਹੜਾ ਗੁਰੂ ਕਲਗੀਧਰ ਪਿਤਾ ਦੇ ਦਰਬਾਰ ਦੀ ਚੌਖਟ ਤੋਂ ਵੀ ਲੰਘ ਜਾਂਦਾ ਹੈ ਨਾ, ਉਹ ਵੀ ਦੁਨੀਆ ਦੇ ਦੋ ਜਹਾਨ ਦੀ ਦੌਲਤ ਨੂੰ ਠੋਕਰ ਮਾਰ ਦਿੰਦਾ ਹੈ। ਉਹ ਮੈਂ ਤੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਦਾ ਦਰ ਮੱਲ ਕੇ ਬੈਠਾ, ਮੈਂ ਤੇ ਦੀਨ ਦੁਨੀਆ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਚੱਲ ਕੇ ਬੈਠਾ, ਮੈਨੂੰ ਤੇ ਪਤਾ ਨਹੀਂ ਇਸ ਦਾਤੇ ਦੇ ਦਰ ਤੋਂ ਕਿਹੜੀਆਂ ਕਿਹੜੀਆਂ ਰਹਿਮਤਾਂ ਮਿਲ ਜਾਣੀਆਂ ਨੇ। ਕਹਿਣ ਤੋਂ ਮੁਰਾਦ ਇਹ ਸੀ, ਇਸੇ ਭਾਈ ਨੰਦ ਲਾਲ ਨੇ ਸਮਾਂ ਪਾ ਕੇ ਧੰਨ ਗੁਰੂ ਕਲਗੀਧਰ ਪਿਤਾ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਔਰ ਸਮਾਂ ਪਾ ਕੇ ਭਾਈ ਨੰਦ ਲਾਲ ਜੀ ਨੇ ਆਪ ਖੰਡੇ ਬਾਟੇ ਦੀ ਪੌਲ ਛਕੀ ਔਰ ਭਾਈ ਨੰਦ ਲਾਲ ਸਿੰਘ ਬਣ ਗਏ। ਔਰ ਇੱਕ ਦਿਨ ਰੱਬ ਦੇ ਪਿਆਰ ਵਿੱਚ ਭਿੱਜਿਆ ਇੱਥੋਂ ਤੱਕ ਬਚਨ ਕਹਿ ਦਿੱਤੇ, ਕਹਿੰਦੇ ਐ ਹਵਾ ਹੁਣ ਮੇਰੇ ਤੇ ਇੱਕ ਕਿਰਪਾ ਜ਼ਰੂਰ ਕਰੀ। ਹਵਾ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਕਹਿੰਦੇ ਐ ਹਵਾ ਹੁਣ ਮੇਰੇ ਤੇ ਦੇਖੋ, ਹੁਕਮ ਨੂੰ ਸਮਝਣ ਵਾਲਾ ਕਿੱਥੋਂ ਤੱਕ ਇੱਕ ਕਿਹੜੇ ਮਰਤਬੇ ਤੇ ਪਹੁੰਚ ਜਾਂਦਾ ਹੈ। ਭਾਈ ਨੰਦ ਲਾਲ ਸਿੰਘ ਜੀ ਇੱਕ ਦਿਨ ਕਹਿੰਦੇ ਹਵਾ ਮੇਰੇ ਤੇ ਇੱਕ ਕਿਰਪਾ ਕਰੀ, ਮੇਰੇ ਮਰਨੇ ਤੋਂ ਬਾਅਦ ਮੇਰੇ ਸਰੀਰ ਦੀ ਖਾਕ ਵੀ ਉਡਾ ਕੇ ਨਾ ਕਿਸੇ ਹੋਰ ਦੇ ਦਰ ਤੇ ਨਾ ਲੈ ਕੇ ਜਾਵੇਂ। ਤੇ ਹਵਾ ਕਹਿੰਦੀ ਕਿਉਂ? ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਤਾਂ ਕਰਕੇ ਕਿਤੇ ਦੁਨੀਆ ਦੇ ਲੋਕ ਇਹ ਨਾ ਕਹਿਣ ਜਿਹੜਾ ਭਾਈ ਨੰਦ ਲਾਲ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਚੱਲ ਕੇ ਆਇਆ ਸੀ,
ਜਿਹੜਾ ਦਿਲੋਂ ਭਿੱਜ ਕੇ ਬਾਰ-ਬਾਰ ਇੱਕ ਬਚਨ ਕਹਿੰਦਾ ਸੀ, ਮੈਂ ਸਤਿਗੁਰ ਦੇ ਚਰਨਾਂ ਦਾ ਹੁਣ ਭੌਰਾ ਬਣ ਗਿਆ, ਤੇ ਅੱਜ ਉਹ ਭਾਈ ਨੰਦ ਲਾਲ ਦੇ ਸਰੀਰ ਦੀ ਖਾਕ ਥਾਂ ਥਾਂ ਦੇ ਉੱਤੇ ਰੁਲਦੀ ਪਈ ਹੈ। ਉਹਨਾਂ ਬੜਾ ਪਿਆਰਾ ਬਚਨ ਕਿਹਾ, ਮਬਰ ਐ ਬਾਦ ਖਾਕਮ ਅੱਜ ਦਰ ਦੂਸ਼ਤ, ਕਹਿੰਦੇ ਐ ਹਵਾ ਮੇਰੇ ਮਰਨੇ ਤੋਂ ਬਾਅਦ ਮੇਰੇ ਸਰੀਰ ਦੀ ਖਾਕ ਉਡਾ ਕੇ ਕਿਸੇ ਦੂਸਰੇ ਦੇ ਦਰ ਤੇ ਨਾ ਲੈ ਕੇ ਜਾਵੀਂ, ਕਿਉਂਕਿ ਦੁਸ਼ਮਣਮ ਸਰਜਨਸ ਕੁਨੰਦ ਕੇ ਹਰਜਾਇਸਤ, ਕਿਤੇ ਦੁਨੀਆ ਦੇ ਲੋਕ ਇਹ ਨਾ ਕਹਿਣ ਕਿ ਭਾਈ ਨੰਦ ਲਾਲ ਦੀ ਖਾਕ ਮਰਨੇ ਤੋਂ ਬਾਅਦ ਥਾਂ ਥਾਂ ਦੇ ਉੱਤੇ ਰੁਲਦੀ ਪਈ ਸੀ। ਕਹਿਣ ਤੋਂ ਮੁਰਾਦ ਇਹ ਹੈ, ਉਹ ਭਾਈ ਨੰਦ ਲਾਲ ਇੱਕ ਦਿਨ ਗੁਰ ਕਲਗੀਧਰ ਪਿਤਾ ਦੇ ਹੁਕਮ ਨੂੰ ਸਮਝਦੇ ਹੋਏ ਉਸ ਹੁਕਮੀ ਵਿੱਚ ਹੀ ਸਮਾ ਜਾਂਦੇ ਨੇ। ਔਰ ਇਥੋਂ ਭਾਈ ਨੰਦ ਲਾਲ ਦੇ ਮਨ ਵਿੱਚ ਇੱਕ ਬੜਾ ਵੱਡਾ ਅਸਰ ਹੁੰਦਾ ਹੈ ਕਿ ਦੁਨੀਆ ਦੇ ਉੱਤੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਮੈਂ ਜੁੜਿਆ ਨਾ, ਦੁਨੀਆ ਦੇ ਬਾਦਸ਼ਾਹ ਦਾ ਹੁਕਮ ਤੇ ਇਕੱਲਾ ਲੋਕ ਤੱਕ ਚੱਲਦਾ ਹੈ, ਪਰ ਜਿਹੜੇ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ ਜੁੜਿਆ, ਇਹਦਾ ਹੁਕਮ ਲੋਕ ਤੋਂ ਲੈ ਕੇ ਪਰਲੋਕ ਤੱਕ ਚੱਲਦਾ ਹੈ। ਔਰ ਸਾਧ ਸੰਗਤ ਜੀ, ਜਿਹੜੇ ਗੁਰੂ ਦੇ ਮੁਬਾਰਕ ਚਰਨਾਂ ਵਿੱਚ ਆਪਾਂ ਜੁੜ ਬੈਠੇ ਆ ਨਾ, ਇਸ ਗੁਰੂ ਦਾ ਹੁਕਮ ਵੀ ਲੋਕ ਤੋਂ ਲੈ ਕੇ ਪਰਲੋਕ ਤੱਕ ਚੱਲਦਾ ਹੈ। ਔਰ ਜਿਹੜਾ ਇਸ ਸਤਿਗੁਰ ਦੇ ਹੁਕਮ ਨੂੰ ਸਮਝ ਲੈਂਦਾ ਹੈ, ਜਿਸ ਜੀਵ ਨੂੰ ਆਪਣੇ ਗੁਰੂ ਦਾ ਉਪਦੇਸ਼ ਸਮਝ ਆ ਜਾਂਦਾ ਹੈ, ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਜਿਹੜਾ ਇਸ ਵਡਿਆਈ ਦਾ ਮਾਲਕ ਬਣ ਜਾਂਦਾ ਹੈ, ਸੱਚ ਇਹ ਹੈ ਉਹ ਇੱਕ ਨਾ ਇੱਕ ਦਿਨ ਆਪਣੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਜ਼ਰੂਰ ਹੋ ਜਾਂਦਾ ਹੈ। ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਰੱਬ ਦੇ ਹੁਕਮ ਨੂੰ ਸਮਝਣ ਦੀ ਗੱਲ ਸਾਨੂੰ ਸਮਝਾ ਰਹੇ ਨੇ। ਹੁਕਮ ਮੰਨੇ ਸੋ ਜਨ ਪ੍ਰਵਾਨ, ਕਿਹੜਾ ਮਨੁੱਖ ਰੱਬ ਦੇ ਚਰਨਾਂ ਵਿੱਚ ਪ੍ਰਵਾਨ ਹੁੰਦਾ ਹੈ? ਜਿਹੜਾ ਰੱਬ ਦੇ ਹੁਕਮ ਨੂੰ ਸਮਝ ਕੇ ਚੱਲਦਾ ਹੈ। ਗੁਰ ਕਾ ਸ਼ਬਦ ਨਾਮ ਨਿਸ਼ਾਨ, ਤੇ ਰੱਬ ਦੇ ਹੁਕਮ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਵਿੱਚ ਅਭੇਦ ਹੋ ਕੇ ਤਾਂ ਪ੍ਰਮਾਤਮਾ ਦੇ ਹੁਕਮ ਨੂੰ ਸਮਝਿਆ ਜਾ ਸਕਦਾ। ਆਓ ਸ਼ਬਦ ਦੀ ਆਰੰਭ ਤੋਂ ਵਿਚਾਰ ਕਰੀਏ, ਤਾਂ ਕਿ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਰੱਬ ਦੇ ਹੁਕਮ ਵਿੱਚ ਪ੍ਰਵਾਨ ਹੋਣ ਵਾਸਤੇ ਜੋ ਸਾਡੇ ਸੰਸਾਰਿਕ ਜੀਵਾਂ ਦੇ ਰਸਤੇ ਦੀਆਂ ਰੁਕਾਵਟਾਂ ਨੇ, ਉਹਨਾਂ ਬਾਰੇ ਸਾਨੂੰ ਕਿਵੇਂ ਚਾਨਣਾ ਪਾਉਂਦੇ ਨੇ। ਆਰੰਭ ਤੋਂ ਸਤਿਗੁਰਾਂ ਦੇ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹੱਲਾ ਤੀਜਾ। ਬਸੰਤ ਰਾਗ ਦਾ ਨਾਮ ਹੈ ਔਰ ਇਹ ਪਾਵਨ ਪਿੱਤਰ ਸ਼ਬਦ ਬਸੰਤ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ। ਸਭ ਤੋਂ ਪਹਿਲੀ ਗੱਲ ਧੰਨ ਗੁਰੂ ਅਮਰਦਾਸ ਜੀ ਮਾਇਆ ਦੇ ਮੋਹ ਦੀ ਕਰਦੇ ਨੇ। ਕਹਿੰਦੇ ਬਿਨ ਕਰਮਾ ਸਭ ਭਰਮ ਭੁਲਾਈ, ਬਿਨਾਂ ਚੰਗੇ ਕੀਤੇ ਹੋਏ ਕਰਮਾਂ ਤੋਂ ਮਨੁੱਖ ਸੰਸਾਰ ਦੇ ਉੱਤੇ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਔਰ ਥਾਂ ਥਾਂ ਦੇ ਉੱਤੇ ਭਰਮ ਭਟਕਦਾ ਰਹਿੰਦਾ, ਕਿਉਂਕਿ ਜੇ ਚੰਗੇ ਕਰਮ ਹੋਣ ਤੇ ਚੰਗੇ ਗੁਰੂ ਦੇ ਚਰਨਾਂ ਦਾ ਪਿਆਰ ਨਸੀਬ ਹੋ ਜਾਂਦਾ ਹੈ। ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਚੰਗੇ ਕਰਮ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੇ ਨੇ ਔਰ ਮੰਦੇ ਕਰਮ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਨੇ। ਇਸੇ ਕਰਕੇ ਜਿਹੜੇ ਮਨੁੱਖ ਚੰਗੇ ਕਰਮ ਕਰਦੇ ਨੇ ਉਹ ਭਰਮਾਂ ਤੋਂ ਬਚ ਜਾਂਦੇ ਨੇ ਔਰ ਮੰਦੇ ਕਰਮ ਕਰਨ ਵਾਲੇ ਮਨੁੱਖ ਭਰਮਾਂ ਦੇ ਵਿੱਚ ਪੈ ਕੇ ਰੱਬ ਤੋਂ ਦੂਰ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ। ਔਰ ਜਿਹੜੇ ਮਾਇਆ ਦੇ ਮੋਹ ਵਿੱਚ ਉਲਝੇ ਹੋਏ ਨੇ, ਸਤਿਗੁਰੂ ਕਹਿੰਦੇ ਉਹ ਮਾਇਆ ਦੇ ਮੋਹ ਵਿੱਚ ਸੰਸਾਰ ਦੇ ਉੱਤੇ ਬੜਾ ਦੁੱਖ ਭੋਗਦੇ ਨੇ, ਕਿਉਂਕਿ ਮਾਇਆ ਮੋਹੇ ਦੇਵੀ ਸਭ ਦੇਵਾ। ਗੁਰੂ ਸਾਹਿਬ ਜੀ ਇੱਕ ਹੋਰ ਬੜੀ ਪਿਆਰੀ ਉਦਾਹਰਨ ਦਿੰਦੇ ਨੇ ਮਾਇਆ ਦੇ ਮੋਹ ਦੀ। ਸਤਿਗੁਰੂ ਕਹਿੰਦੇ ਦੇਖੋ ਮਾਇਆ ਦਾ ਮੋਹ ਜਿਹੜਾ ਨਾ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਇੱਕ ਹੋਰ ਬੜੀ ਪਿਆਰੀ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਕੁਪੱਤੀ ਸੱਸ ਆਪਣੀ ਨੂੰਹ ਨੂੰ ਆਪਣੇ ਘਰ ਵਿੱਚ ਟਿਕਣ ਨਹੀਂ ਨਾ ਦਿੰਦੀ, ਕਹਿੰਦੇ ਉਸੇ ਤਰ੍ਹਾਂ ਸਾਸ ਬੁਰੀ ਘਰ ਵਾਸ ਨਾ ਦੇਵੈ, ਪਿਰ ਸਿਉ ਮਿਲਨ ਨਾ ਦੇ ਬੁਰੀ। ਸਤਿਗੁਰੂ ਕਹਿੰਦੇ ਜਿਵੇਂ ਇੱਕ ਬੁਰੀ ਸੱਸ
ਪਤੀ ਦਾ ਆਪਣੀ ਪਤਨੀ ਨਾਲ ਮਿਲਾਪ ਹੁੰਦਿਆਂ ਦੇਖ ਕੇ ਖੁਸ਼ ਨਹੀਂ ਨਾ ਹੁੰਦੀ। ਕਹਿੰਦੇ ਇਸੇ ਤਰ੍ਹਾਂ ਇਹ ਮੋਹ ਮਾਇਆ ਵੀ ਕਈ ਮਨੁੱਖਾਂ ਨੂੰ ਸੰਸਾਰ ਦੇ ਉੱਤੇ ਰੱਬ ਦੇ ਨਾਲ ਮਿਲਣ ਕਰਕੇ ਖੁਸ਼ ਨਹੀਂ ਹੁੰਦੀ, ਇਹ ਉਹਦੇ ਰਸਤੇ ਦੀ ਰੁਕਾਵਟ ਬਣਦੀ ਹੈ। ਇੰਜ ਕਹਿ ਦਈਏ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਮਾਇਆ ਬੁਰੀ ਨਹੀਂ, ਮਾਇਆ ਦਾ ਮੋਹ ਮਾੜਾ ਹੈ। ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਜਿਹੜੀ ਮਾਇਆ ਹੈ ਉਹ ਬਹੁਤ ਬੁਰੀ ਹੈ। ਗੁਰੂ ਸਾਹਿਬ ਜੀ ਕਹਿੰਦੇ ਦੇਖੋ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਸਤਿਗੁਰੂ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਤੇ ਇਹ ਖਾ ਜਾਂਦੀ ਹੈ, ਪਰ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਹ ਕਿਤੇ ਆਪਣਾ ਡੰਗ ਨਹੀਂ ਮਾਰ ਸਕਦੀ, ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਦੇਖੋ ਆ ਬਿਜਲੀ ਹੈ, ਬਿਜਲੀ ਮਾੜੀ ਨਹੀਂ, ਬਿਜਲੀ ਸਾਡੇ ਬੜੇ ਕਾਰਜ ਸਵਾਰਦੀ ਹੈ। ਹੁਣ ਜੇ ਕਿਸੇ ਇੱਕ ਅੱਧੇ ਬੰਦੇ ਨੂੰ ਕਰੰਟ ਲਾ ਕੇ ਉਹਦੀ ਮੌਤ ਹੋ ਜਾਵੇ ਤੇ ਸਾਰਾ ਪਰਿਵਾਰ ਕਹਿ ਦਵੇ ਦੇਖੋ ਜੀ ਇਹ ਬਿਜਲੀ ਬੜੀ ਮਾੜੀ ਹੁੰਦੀ ਹੈ, ਕਿਉਂਕਿ ਇਹਦੇ ਨਾਲ ਲਾ ਕੇ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ। ਹੁਣ ਬਿਜਲੀ ਮਾੜੀ ਨਹੀਂ, ਬਿਜਲੀ ਦੀ ਵਰਤੋਂ ਮਾੜੀ ਹੋ ਸਕਦੀ ਹੈ। ਸਤਿਗੁਰੂ ਗੁਰਬਾਣੀ 'ਚ ਵੀ ਇਹ ਸਮਝਾਉਂਦੇ ਨੇ। ਸਾਹਿਬ ਕਹਿੰਦੇ ਮਾਇਆ ਮਾੜੀ ਨਹੀਂ, ਮਾਇਆ ਦੀ ਵਰਤੋਂ ਮਾੜੀ ਹੋ ਸਕਦੀ ਹੈ। ਹੁਣ ਗੁਰਮੁਖ ਜਨ ਜਿਹੜੇ ਨੇ ਉਹ ਮਾਇਆ ਦੀ ਵਰਤੋਂ ਕਰਦੇ ਨੇ ਕਾਹਦੇ ਵਾਸਤੇ? ਭਲੇ ਵਾਸਤੇ, ਪਰ ਉਪਕਾਰ ਵਾਸਤੇ, ਸੰਸਾਰ ਦੇ ਉੱਤੇ ਰੱਬ ਦੇ ਪਿਆਰ ਵਾਸਤੇ। ਉਹ ਚੰਗੇ ਚੰਗੇ ਗੁਰਮਤਿ ਸਮਾਗਮ ਕਰਦੇ ਨੇ, ਪਰਮਾਤਮਾ ਦੇ ਨਾਲ ਜੁੜਦੇ ਨੇ, ਹੋਰਨਾਂ ਨੂੰ ਜੋੜਦੇ ਨੇ, ਉਹ ਵੀ ਤੇ ਮਾਇਆ ਨੂੰ ਵਰਤਦੇ ਨੇ ਨਾ। ਹੁਣ ਸਮਾਗਮ ਮਾਇਆ ਤੋਂ ਬਿਨਾਂ ਤੇ ਨਹੀਂ ਨਾ ਹੋ ਸਕਦੇ। ਹੁਣ ਬੰਦਾ ਕਹੇ ਵੀ ਮਾਇਆ ਹੁੰਦੀ ਬੁਰੀ ਹੈ। ਹੁਣ ਜਿਵੇਂ ਕੋਈ ਬੰਦਾ ਪਾਣੀ ਨੂੰ ਮਾੜਾ ਕਹਿ ਦੇਵੇ, ਹੁਣ ਪਾਣੀ ਦੇ ਵਿੱਚ ਕਿਸੇ ਦੀ ਡੁੱਬ ਕੇ ਮੌਤ ਹੋ ਜਾਵੇ, ਬੰਦਾ ਕਹੇ ਜੀ ਪਾਣੀ ਤੇ ਹੁੰਦਾ ਹੀ ਬੜਾ ਮਾੜਾ ਹੈ, ਪਰ ਪਾਣੀ ਤੋਂ ਬਿਨਾਂ ਤੇ ਮਨੁੱਖ ਦਾ ਗੁਜ਼ਾਰਾ ਵੀ ਨਹੀਂ। ਜੇ ਕਿਸੇ ਦੀ ਕਰੰਟ ਲਾ ਕੇ ਮੌਤ ਹੋ ਜਾਵੇ, ਕਹਿੰਦਾ ਜੀ ਬਿਜਲੀ ਹੁੰਦੀ ਬੜੀ ਮਾੜੀ ਹੈ, ਪਰ ਬਿਜਲੀ ਤੋਂ ਬਿਨਾਂ ਤੇ ਸਾਡਾ ਹੁਣ ਇੱਕ ਪਲ ਵੀ ਕਿਤੇ ਬਿਜਲੀ ਚਲਾ ਜਾਵੇ ਤੇ ਸਾਨੂੰ ਤੇ ਅਫੜਾ ਦਫੜੀ ਮਚ ਜਾਂਦੀ ਹੈ, ਦੇਖੋ ਜੀ ਬਿਜਲੀ ਚਲਾ ਗਈ। ਹੁਣ ਗੁਰੂ ਸਾਹਿਬ ਜੀ ਗੁਰਬਾਣੀ 'ਚ ਬੜਾ ਸੋਹਣਾ ਉਪਦੇਸ਼ ਕਰਦੇ ਨੇ। ਸਤਿਗੁਰ ਕਹਿੰਦੇ ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ ਉਹ ਇਹਦੀ ਵਿਚਾਰਧਾਰਾ ਨੂੰ ਸਮਝ ਲੈਂਦੇ ਨੇ। ਉਹ ਤੇ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਇੱਕ ਉਦਾਹਰਨ ਵੀ ਦਿੱਤੀ ਹੈ। ਸਾਹਿਬ ਕਹਿੰਦੇ ਦੇਖੋ ਉਦਮ ਕਰਿੰਦਿਆਂ ਜੀਓ ਤੂੰ, ਕਹਿੰਦੇ ਇਹ ਪ੍ਰਾਣੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੂੰ ਉਦਮ ਕਰਕੇ ਆਪਣਾ ਜੀਵਨ ਨਿਰਵਾਹ ਕਰ। ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ, ਕਹਿੰਦੇ ਉਦਮ ਕਰਕੇ ਕਰਨਾ ਕੀ ਹੈ? ਸਾਹਿਬ ਕਹਿੰਦੇ ਕਮਾ। ਕਹਿੰਦੇ ਕਮਾ ਕੇ ਕੀ ਕਰਨਾ ਹੈ? ਕਹਿੰਦੇ ਉਹ ਮਾਇਆ ਦਾ ਨਿੱਘ ਪ੍ਰਾਪਤ ਕਰਕੇ ਇਹਦੇ ਦੁਆਰਾ ਸੁਖ ਪ੍ਰਾਪਤ ਕਰ। ਕਹਿੰਦੇ ਕਮਾਵਦਿਆਂ ਸੁਖ ਪੁੰਚ, ਪਰ ਇੱਕ ਗੱਲ ਯਾਦ ਰੱਖੀ ਕਿ ਤੇ ਸੁੱਖਾਂ ਵਿੱਚ ਪੈ ਕੇ ਰੱਬ ਵਿਸਾਰ ਨਾ ਦਵੀ। ਕਹਿੰਦੇ ਕਮਾਵਦਿਆਂ ਸੁਖ ਪੁੰਚ, ਕਹਿੰਦੇ ਕਮਾ ਕੇ ਸੁਖ ਮਾਣ, ਪਰ ਨਾਲ ਅਗਲੀ ਗੱਲ ਯਾਦ ਰੱਖੀ ਧਿਆਏ ਦਿਆਂ ਹਰ ਪ੍ਰਭੂ ਮਿਲ। ਕਹਿੰਦੇ ਫਿਰ ਉਦਮ ਕਰਕੇ ਕਮਾ, ਪਰ ਨਾਲ ਨਾਲ ਰੱਬ ਨੂੰ ਵੀ ਧਿਆ, ਕਿਉਂਕਿ ਮਨੁੱਖ ਸੰਸਾਰ ਦੇ ਉੱਤੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਗੁਰੂ ਸਾਹਿਬ ਜੀ ਕਹਿੰਦੇ ਉਦਮ ਕਰਕੇ ਕਮਾ ਤੇ ਕਮਾ ਕੇ ਰੱਬ ਵੀ ਧਿਆ। ਸਾਹਿਬ ਕਹਿੰਦੇ ਕਮਾਵਦਿਆਂ ਸੁਖ ਪੁੰਚ, ਧਿਆਏ ਦਿਆਂ ਹਰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਜਦੋਂ ਉਦਮ ਕਰਕੇ ਕਮਾਏਗਾ, ਰੱਬ ਨੂੰ ਧਿਆਏਗਾ, ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਤੈਨੂੰ ਕਿਸੇ ਕਿਸਮ ਦਾ ਸੰਸਾਰ ਤੇ ਕੋਈ ਝੋਰਾ ਨਹੀਂ ਰਹੇਗਾ। ਮਾਇਆ ਮਾੜੀ ਨਹੀਂ, ਮਾਇਆ ਦੇ ਮੋਹ ਵਿੱਚ ਡੁੱਬ ਜਾਣਾ ਮਾੜਾ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਗੁਰਬਾਣੀ ਦੇ ਅੰਦਰ। ਸਤਿਗੁਰੂ ਕਹਿੰਦੇ ਨੇ ਸਿਆਲ ਦੀ ਰੁੱਤ ਸੀ, ਕਹਿੰਦੇ ਕਿਸੇ ਦੇ ਘਰ ਗੁੜ ਪਿਆ ਸੀ ਤੇ ਗੁੜ ਦੇ ਦੁਆਲੇ ਸਿੱਲਾ ਹੋਣ ਕਰਕੇ ਨਾ ਮੱਖੀਆਂ ਆ ਕੇ ਬੈਠਣੇ ਸ਼ੁਰੂ ਹੋ ਗਈਆਂ। ਤੇ ਗੁਰੂ ਸਾਹਿਬ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਦੇਖੋ ਬੰਦਾ ਮਾਇਆ ਦੇ ਮੋਹ ਵਿੱਚ ਖਚਤ ਕਿਵੇਂ ਹੁੰਦਾ ਹੈ। ਕਹਿੰਦੇ ਜਿਵੇਂ ਇੱਕ ਮੱਖੀ ਆਈ, ਕਹਿੰਦੇ ਉਹਨੇ ਕਿਨਾਰੇ ਤੋਂ ਆ ਕੇ ਬੈਠ ਕੇ ਥੋੜਾ ਜਿਹਾ ਗੁੜ ਖਾਧਾ, ਉਹਨੂੰ ਸਵਾਦ ਬੜਾ ਲੱਗਿਆ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਵੀ ਇਹ ਮਾਇਆ ਦਾ ਮੋਹ ਮਿੱਠਾ ਬੜਾ ਹੈ, ਬੰਦਾ ਦਿਨੋਂ ਦਿਨ ਇਹਦੇ ਵਿੱਚ ਗਲਤਾਨ ਹੁੰਦਾ ਜਾਂਦਾ, ਪਰ ਆਪਣੇ ਆਪ ਇਹਦੀ ਸਮਝ ਵੀ ਨਹੀਂ ਪੈਂਦੀ। ਕਹਿੰਦੇ ਉਹ ਮੱਖੀ ਨੇ ਆ ਕੇ ਕਿਨਾਰੇ ਤੇ ਬੈਠ ਕੇ ਥੋੜਾ ਜਿਹਾ ਗੁੜ ਖਾਧਾ, ਸਵਾਦ ਲੱਗਿਆ, ਉਹ 5 ਮਿੰਟ ਉਡਾਰੀਆਂ ਲਾ ਕੇ ਉਹ ਫੇਰ ਆ ਗਈ।
ਕਹਿੰਦੇ ਉਹਨੇ ਫਿਰ ਆ ਕੇ ਕਿਨਾਰੇ ਤੋਂ ਬੈਠ ਕੇ ਥੋੜਾ ਜਿਹਾ ਗੁੜ ਖਾਦਾ, ਪਰ ਹੁਣ ਉਹ 4 ਮਿੰਟ ਬਾਅਦ ਆਉਣ ਲੱਗ ਪਈ, ਫਿਰ 2 ਮਿੰਟ ਬਾਅਦ ਆਉਣ ਲੱਗ ਪਈ, ਫਿਰ 1 ਮਿੰਟ ਬਾਅਦ ਆਉਣ ਲੱਗ, ਕਿਉਂਕਿ ਸਵਾਦ ਜ਼ਿਆਦਾ ਮਿੱਠਾ ਲੱਗਣ ਲੱਗ ਪਿਆ। ਹੁਣ ਕਰਦਿਆਂ ਕਰਦਿਆਂ ਇੰਨਾ ਕੁ ਮਿੱਠੇ 'ਚ ਗੜੂੰਦ ਹੋ ਗਈ, ਉਹ ਗੁੜ ਦੇ ਉੱਪਰ ਹੀ ਬਹਿ ਗਈ ਤੇ ਗੁੜ ਸਿੱਲਾ ਸੀ, ਉਹਦੇ ਖੰਭ ਚਿਪਕ ਗਏ ਤੇ ਕਹਿੰਦੇ ਉਹ ਮੱਖੀ ਦੀ ਮੌਤ ਹੋ ਗਈ। ਆਈ ਤਾਂ ਸੀ ਗੁੜ ਖਾਣ ਵਾਸਤੇ, ਪਰ ਹੋਇਆ ਕਿ ਸਤਿਗੁਰ ਕਹਿੰਦੇ ਗੁੜ ਮੱਖੀ ਨੂੰ ਖਾ ਗਿਆ। ਕਹਿੰਦੇ ਗੁੜ ਮੱਖੀ ਨੂੰ ਖਾ ਗਿਆ। ਬੜੀ ਪਿਆਰੀ ਉਦਾਹਰਨ ਦਿੱਤੀ ਗੁਰੂ ਸਾਹਿਬ ਜੀ ਨੇ। ਕਹਿੰਦੇ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ, ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ। ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਵੀ ਆਇਆ ਤਾਂ ਸੀ ਸੰਸਾਰ ਦੇ ਉੱਤੇ ਮਾਇਆ ਦਾ ਨਿੱਘ ਬਣ ਕੇ ਸੰਸਾਰ ਤੋਂ ਨਿਰੰਕਾਰ ਤੱਕ ਦੀ ਯਾਤਰਾ ਕਰਨ ਵਾਸਤੇ, ਪਰ ਹੋਇਆ ਕਿ ਇਹ ਦੁਨੀਆ ਦੇ ਪਦਾਰਥਾਂ ਵਿੱਚ ਇੰਨਾ ਕੁ ਗਲਤਾਨ ਹੁੰਦਾ ਗਿਆ। ਇੱਕ ਦਿਨ ਇਹ ਮਾਇਆ ਵਿੱਚ ਹੀ ਗਲਤਾਨ ਹੋਈ ਦੀ ਮੌਤ ਹੋ ਜਾਂਦੀ ਹੈ ਤੇ ਇਹ ਆਤਮਿਕ ਉਡਾਰੀ ਭੁੱਲ ਜਾਂਦਾ ਹੈ। ਜਿਵੇਂ ਉਹ ਮੱਖੀ ਨੂੰ ਕੀ ਚਾਹੀਦਾ ਸੀ, ਕਿਨਾਰੇ ਤੇ ਬੈਠ ਕੇ ਗੁੜ ਵੀ ਖਾਂਦੀ ਤੇ ਉਡਾਰੀਆਂ ਵੀ ਲਾਂਦੀ ਤਾਂ ਤੇ ਠੀਕ ਸੀ। ਹੁਣ ਇਹੀ ਹਾਲਾਤ ਸਤਿਗੁਰ ਕਹਿੰਦੇ ਸਾਡੀ ਸੰਸਾਰਿਕ ਜੀਵਾਂ ਦੀ ਹੈ। ਅਸੀਂ ਵੀ ਕੀ ਕਰਦੇ ਹਾਂ, ਮਾਇਆ ਮੋਹ ਬਹੁਤ ਦੁੱਖ ਪਾਈ, ਇਹਦੇ ਮੋਹ ਵਿੱਚ ਦਿਨੋਂ ਦਿਨ ਗਲਤਾਨ ਹੁੰਦੇ ਜਾਂਦੇ ਆ। ਤੇ ਇੱਕ ਦਿਨ ਆਉਂਦਾ ਹੈ ਜਦੋਂ ਸਾਡਾ ਇਹ ਮਾਇਆ ਦੇ ਮੋਹ ਵਿੱਚ ਗਲਤਾਨ ਹੋਣ ਦਾ ਕਾਰਨ ਸਾਡਾ ਸੰਸਾਰ ਤੇ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਮਨ ਮੁਖ ਅੰਧੇ ਠੌਰ ਨਾ ਪਾਏ, ਬਿਸ਼ਟਾ ਕਹ ਕੀੜਾ ਬਿਸ਼ਟਾ ਮਾਹੀ ਸਮਾਈ। ਸਤਿਗੁਰ ਕਹਿੰਦੇ ਇਸ ਤਰ੍ਹਾਂ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਮਨੁੱਖ ਕਿਸੇ ਇੱਕ ਥਾਂ ਦੇ ਉੱਤੇ ਟਿਕਦੇ ਨਹੀਂ। ਕਹਿਣ ਤੋਂ ਭਾਵ ਕਿ ਉਹ ਦਰ ਦਰ ਦੇ ਉੱਤੇ ਭਟਕਦੇ ਨੇ। ਔਰ ਥਾਂ ਥਾਂ ਦੇ ਉੱਤੇ ਭਟਕਣ ਵਾਲਾ ਮਨੁੱਖ ਜਿਹੜਾ ਨਾ, ਜਿਹੜਾ ਕਿਤੇ ਇੱਕ ਥਾਂ ਦੇ ਉੱਤੇ ਨਾ ਟਿਕੇ, ਉਹ ਸੰਸਾਰ ਦੇ ਉੱਤੇ ਹਮੇਸ਼ਾ ਗਲਤਾਨ ਹੋਇਆ ਮਨੁੱਖ, ਵਿਕਾਰਾਂ ਵਿੱਚ ਖਚਤ ਹੋਇਆ ਮਨੁੱਖ, ਉਹ ਸੰਸਾਰ ਤੋਂ ਆਪਣੀ ਜ਼ਿੰਦਗੀ ਬਤੀਤ ਕਰਕੇ ਚਲਾ ਜਾਂਦਾ। ਇੰਜ ਕਹਿ ਦਈਏ ਗੰਦਗੀ ਦਾ ਕੀੜਾ ਸਾਰੀ ਜ਼ਿੰਦਗੀ ਗੰਦਗੀ ਵਿੱਚ ਹੀ ਬਤੀਤ ਕਰਕੇ ਆਪਣਾ ਜੀਵਨ ਨਿਰਵਾਹ ਕਰਕੇ ਚਲਾ ਜਾਂਦਾ ਹੈ। ਹੁਣ ਜਦੋਂ ਮਨੁੱਖ ਦਾ ਸੰਸਾਰ ਦੇ ਉੱਤੇ ਜਨਮ ਹੁੰਦਾ ਹੈ, ਉਸ ਦਿਨ ਤੋਂ ਲੈ ਕੇ ਅਖੀਰ ਤੱਕ ਜਿਹੜੇ ਮਨੁੱਖ ਵਿਕਾਰਾਂ ਵਿੱਚ ਹੀ ਉਲਝੇ ਆਪਣਾ ਜੀਵਨ ਬਤੀਤ ਕਰਦੇ ਨੇ, ਸਤਿਗੁਰ ਕਹਿੰਦੇ ਇਹੋ ਜਿਹੇ ਮਨੁੱਖ ਆਪਣੀ ਜ਼ਿੰਦਗੀ ਗੰਦਗੀ ਵਿੱਚ ਹੀ ਆਰੰਭ ਕਰਦੇ ਨੇ ਤੇ ਗੰਦਗੀ 'ਚ ਹੀ ਖਤਮ ਕਰ ਲੈਂਦੇ ਨੇ। ਹੁਣ ਜਿਹੜੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੇ ਸਮਾਈ, ਸਤਿਗੁਰ ਕਹਿੰਦੇ ਉੱਤੇ ਗੰਦਗੀ ਦਾ ਕੀੜਾ ਸੰਸਾਰ ਤੇ ਆਇਆ ਤੇ ਗੰਦਗੀ ਵਿੱਚ ਰਹਿ ਕੇ ਸੰਸਾਰ ਤੋਂ ਚਲਾ ਗਿਆ। ਚਾਹੀਦਾ ਤਾਂ ਇਹ ਸੀ ਕਿ ਸੰਸਾਰ ਦੇ ਉੱਤੇ ਆ ਕੇ ਪਰਮਾਤਮਾ ਦਾ ਨਾਮ ਜਪ ਕੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਚਾਹੀਦਾ ਸੀ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਰੂਹ ਨੂੰ ਧੋ ਲੈਂਦੇ ਤੇ ਇਸ ਗੰਦਗੀ ਤੋਂ ਬਾਹਰ ਨਿਕਲ ਆਉਂਦੇ। ਪਰ ਹੁੰਦਾ ਕੀ ਹੈ, ਸਾਰੀ ਜ਼ਿੰਦਗੀ ਕਈ ਵਾਰੀ ਇਹ ਗੰਦਗੀ ਦਾ ਕੀੜਾ ਗੰਦਗੀ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਤੋਂ ਚੱਲ ਵੱਸਦਾ ਹੈ। ਹੁਕਮ ਮੰਨੇ ਸੋ ਜਨ ਪਰਵਾਣ, ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ। ਸ਼ਬਦ ਦੇ ਕੇਂਦਰੀ ਭਾਵ ਵਿੱਚ ਵੀ ਸਤਿਗੁਰੂ ਕਹਿ ਰਹੇ ਨੇ, ਅਸਲ ਵਿੱਚ ਜਿਹੜਾ ਮਨੁੱਖ ਇਹਨਾਂ ਪਦਾਰਥਾਂ ਦੇ ਮੋਹ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਹੁਕਮ ਨੂੰ ਸਮਝਣਾ ਕਰ ਲੈਂਦਾ ਹੈ, ਉਹ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ। ਔਰ ਗੁਰੂ ਦੇ ਸ਼ਬਦ ਦੀ ਰਹਿਮਤ ਦੇ ਸਦਕਾ ਉਹ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ, ਪਰਮਾਤਮਾ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਕਿਵੇਂ? ਜਦੋਂ ਉਹ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਨੂੰ ਸਮਝ ਲੈਂਦਾ ਹੈ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਤੇ ਬਾਰ-ਬਾਰ ਇੱਕੋ ਗੱਲ ਆਪਣੇ ਮੁਖ ਤੋਂ ਉਚਾਰਨ ਕਰਦਾ ਹੈ, ਧਰ ਜੀੜੇ ਇੱਕ ਟੇਕ ਤੂੰ ਲਾਹੇ ਬਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰ ਕਹਿੰਦੇ ਉਸ ਮਨੁੱਖ ਨੂੰ ਤੇ ਇਸ ਗੱਲ ਦੀ ਸਮਝ ਆ ਜਾਂਦੀ ਹੈ ਜਿਹੜਾ ਗੁਰੂ ਦੇ ਹੁਕਮ ਦੀ ਵਿਚਾਰਧਾਰਾ ਦੇ ਅਨੁਸਾਰ, ਗੁਰੂ ਦੇ ਸ਼ਬਦ ਦੇ ਦੱਸੇ ਸਿਧਾਂਤ ਦੇ ਅਨੁਸਾਰ ਸੰਸਾਰ ਤੇ ਆਪਣਾ ਜੀਵਨ ਬਤੀਤ ਕਰਦਾ ਹੈ। ਸਾਚ ਰਤੇ ਜਿਨਾ ਧੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ,
ਕਹਿੰਦੇ ਸਾਹਿਬ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੇ ਸੱਚੇ ਨਾਮ ਰੂਪੀ ਰੰਗ ਵਿੱਚ ਰਤਿਆ ਜਾਂਦਾ ਹੈ, ਇਹ ਵੀ ਪਰਮਾਤਮਾ ਨੇ ਧੁਰ ਕਰਮਾਂ ਦੇ ਵਿੱਚ ਜੀਵਨ ਦੇ ਆਰੰਭ ਤੋਂ ਹੀ ਲਿਖਿਆ ਹੋਇਆ ਹੈ। ਇੰਜ ਕਹਿ ਦਈਏ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਰੂਪੀ ਹੰਸਾਂ ਦਾ ਗੁਰੂ ਰੂਪੀ ਮਾਨ ਸਰੋਵਰ ਦੇ ਨਾਲ ਇਹ ਮਿਲਾਪ ਜਿਹੜਾ ਹੈ ਨਾ, ਇਹ ਧੁਰ ਦਰਗਾਹ ਤੋਂ ਹੀ ਪਰਮਾਤਮਾ ਨੇ ਲਿਖਿਆ ਹੋਇਆ ਹੈ। ਪਰਮਾਤਮਾ ਨੇ ਧੁਰ ਦਰਗਾਹ ਤੋਂ ਹੀ ਇਹ ਮਿਲਾਪ ਲਿਖਿਆ ਹੋਇਆ ਹੈ। ਤਾਂ ਕਰਕੇ ਇਹ ਗੁਰਮੁਖ ਰੂਪੀ ਹੰਸ ਆਉਂਦੇ ਨੇ ਔਰ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਗੁਰੂ ਰੂਪੀ ਮਾਨ ਸਰੋਵਰ ਤੋਂ ਆ ਕੇ ਇਹ ਰਤਨਾਂ ਦਾ ਚੋਗਾ ਚੁਗਦੇ ਨੇ। ਕਹਿਣ ਤੋਂ ਮੁਰਾਦ ਇਹ ਹੈ, ਜਿਨ੍ਹਾਂ ਦੇ ਕਰਮਾਂ ਵਿੱਚ ਪਰਮਾਤਮਾ ਨੇ ਇਸ ਸੰਗਤ ਵਿੱਚ ਆਉਣਾ ਲਿਖਿਆ ਹੈ ਨਾ, ਇਹ ਧੁਰ ਦਰਗਾਹ ਤੋਂ ਸਤਿਗੁਰੂ ਕਹਿੰਦੇ ਪਰਮਾਤਮਾ ਨੇ ਇਹ ਸੰਜੋਗ ਲਿਖੇ ਨੇ। ਔਰ ਹਰ ਕਾ ਨਾਮ ਸਦਾ ਮਨ ਭਾਇਆ, ਔਰ ਜਿਹੜੇ ਫਿਰ ਗੁਰੂ ਦੇ ਦਰ ਤੇ ਚੱਲ ਕੇ ਆਉਂਦੇ ਨੇ, ਉਹਨਾਂ ਨੂੰ ਆਪਣੇ ਗੁਰੂ ਦਾ ਇਹ ਨਾਮ ਸਦਾ ਵਾਸਤੇ ਚੰਗਾ ਲੱਗਣ ਲੱਗ ਪੈਂਦਾ ਹੈ। ਏਕ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮਿਲਾਏ ਸੋਏ। ਸਾਹਿਬ ਕਹਿੰਦੇ ਇਸ ਤਰ੍ਹਾਂ ਗੁਰੂ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਮਨੁੱਖ ਨੂੰ ਸੰਸਾਰ ਤੇ ਸਦਾ ਸੁਖ ਪ੍ਰਾਪਤ ਹੁੰਦੇ ਨੇ, ਕਿਉਂਕਿ ਦੁੱਖ ਤੇ ਉਹਨੂੰ ਮਿਲਦੇ ਨੇ ਜਿਹੜਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਦੁੱਖ ਤੇ ਉਹਨੂੰ ਮਿਲਦੇ ਨੇ ਜਿਹੜਾ ਬਾਣੀ ਵਿਸਾਰ ਦਿੰਦਾ ਹੈ। ਜਿਹੜਾ ਬਾਣੀ ਦੇ ਨਾਲ ਜੁੜ ਜਾਂਦਾ ਹੈ, ਉਹ ਤੇ ਕਹਿੰਦਾ ਦੁੱਖ ਦਾਰੂ ਸੁਖ ਰੋਗ ਭਇਆ। ਉਹਨੂੰ ਤੇ ਦੁੱਖ ਦਾਰੂ ਜਾਪਣ ਲੱਗ ਪੈਂਦੇ ਨੇ। ਉਹ ਤੇ ਕਹਿੰਦਾ ਪਰਮਾਤਮਾ, ਇਹ ਜਿਹੜੇ ਦੁੱਖ ਨੇ ਇਹ ਵੀ ਤੇਰੀ ਦਿੱਤੀ ਹੋਈ ਇੱਕ ਦਾਤ ਹੈ, ਇਹ ਭੇ ਦਾਤ ਤੇਰੀ ਦਾਤਾਰ। ਉਹ ਤੇ ਕਹਿੰਦਾ ਪਰਮਾਤਮਾ, ਇਹ ਦੁੱਖ, ਇਹ ਭੁੱਖ ਦਾ ਦੁੱਖ, ਇਹ ਵੀ ਤੇਰੀ ਇੱਕ ਦਿੱਤੀ ਹੋਈ ਦਾਤ ਹੈ। ਕੌਣ ਕਹਿੰਦਾ? ਜਿਹੜਾ ਗੁਰੂ ਦੇ ਹੁਕਮ ਨੂੰ ਸਮਝ ਲੈਂਦਾ। ਸਤਿਗੁਰ ਕਹਿੰਦੇ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ। ਇੱਕ ਵੱਡਾ ਸੁਖ ਹੋਰ ਪ੍ਰਾਪਤ ਹੁੰਦਾ, ਉਹ ਕਿਹੜਾ? ਜੋਤੀ ਜੋਤ ਮਿਲਾਏ ਸੋਏ। ਮਨੁੱਖ ਪਰਮਾਤਮਾ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ। ਸਤਿਗੁਰੂ ਕਹਿੰਦੇ ਨੇ, ਇਹ ਪਰਮਾਤਮਾ ਤੇਰਾ ਇੱਕ ਨਾਮ ਹੀ ਹੈ, ਜਿਹਦੇ ਨਾਲ ਜੁੜ ਕੇ ਮਨੁੱਖ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਜਾਂਦਾ ਹੈ। ਗੁਰ ਪ੍ਰਸਾਦੀ ਨਾਮ ਪਿਆਰ। ਪਰ ਨਾਮ ਦੇ ਨਾਲ ਪਿਆਰ ਕਿਵੇਂ ਬਣਦਾ? ਗੁਰੂ ਦੀ ਕਿਰਪਾ ਦੇ ਸਦਕਾ, ਗੁਰੂ ਦੀ ਰਹਿਮਤ ਦੇ ਸਦਕਾ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੇ ਨਾਲ ਵੀ ਸਾਡਾ ਪਿਆਰ ਨਹੀਂ ਬਣ ਸਕਦਾ। ਨਾਮ ਬਿਨਾ ਕਹੋ ਕੋ ਤਰਿਆ। ਅੱਜ ਤੱਕ ਦੱਸੋ ਉਹ ਕੌਣ ਹੈ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਤੇ ਤਰ ਗਿਆ ਹੋਵੇ? ਕਹਿਣ ਤੋਂ ਭਾਵ ਨਾਮ ਜਪ ਕੇ ਤਰ ਗਿਆਂ ਦੀ ਗਿਣਤੀ ਤੇ ਸੰਸਾਰ ਤੇ ਗਿਣੀ ਜਾ ਸਕਦੀ ਹੈ, ਪਰ ਨਾਮ ਤੋਂ ਬਿਨਾ ਜਿਹੜੇ ਸੰਸਾਰ ਤੇ ਕਹਿੰਦੇ ਨੇ ਨਾ ਤਰੇ ਨੇ, ਉਹ ਅੱਜ ਤੱਕ ਇੱਕ ਵੀ ਐਸਾ ਸੰਸਾਰ ਤੇ ਦੱਸਿਆ ਨਹੀਂ ਜਾ ਸਕਦਾ। ਕਹਿਣ ਤੋਂ ਭਾਵ ਇਹ ਹੈ, ਜਿਹੜੇ ਨਾਮ ਦੇ ਨਾਲ ਜੁੜ ਕੇ ਸੰਸਾਰ ਦੇ ਉੱਤੋਂ ਤਰਦੇ ਨੇ, ਉਹਨਾਂ ਦਾ ਇਤਿਹਾਸ ਤੇ ਬਿਆਨ ਕੀਤਾ ਜਾ ਸਕਦਾ ਹੈ, ਉਹਨਾਂ ਦੇ ਬਾਰੇ ਤੇ ਕਹਾਣੀਆਂ ਦੱਸੀਆਂ ਜਾ ਸਕਦੀਆਂ ਨੇ, ਉਹਨਾਂ ਦਾ ਜੀਵਨ ਬਿਰਤਾਂਤ ਤੇ ਬਿਆਨਿਆ ਜਾ ਸਕਦਾ ਹੈ। ਪਰ ਦੁਨੀਆ ਦੇ ਉੱਤੇ ਐਸਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਨਾਮ ਦੇ ਨਾਲ ਜੁੜ ਕੇ ਸੰਸਾਰ ਦੇ ਉੱਤੋਂ ਤਰਿਆ ਹੋਵੇ, ਕਿਉਂਕਿ ਨਾਮ ਦੇ ਨਾਲ ਜੁੜਨ ਤੋਂ ਬਿਨਾਂ ਜਿਹੜਾ ਸੰਸਾਰ ਤੋਂ ਤਰਿਆ ਹੋਵੇ। ਸਤਿਗੁਰ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹਦੇ ਨਾਲ ਮਨੁੱਖ ਦਾ ਪਿਆਰ ਬਣ ਜਾਂਦਾ ਤੇ ਮਨੁੱਖ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਜਾਂਦਾ ਹੈ। ਬਿਨ ਨਾਵੈ ਮੁਕਤ ਕਿਨੈ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਏ। ਅਖੀਰ ਤੇ ਸਤਿਗੁਰ ਕਹਿੰਦੇ ਨੇ, ਨਾਮ ਤੋਂ ਬਿਨਾਂ ਸੰਸਾਰ ਦੇ ਉੱਤੇ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਦਾ ਸਾਧਨ ਕੇਵਲ ਇੱਕੋ ਇੱਕ ਹੈ, ਉਹ ਹੈ ਪਰਮਾਤਮਾ ਦਾ ਨਾਮ, ਜਿਹਦੇ ਨਾਲ ਜੁੜ ਕੇ ਮਨੁੱਖ ਸੰਸਾਰ ਤੋਂ ਮੁਕਤ ਪ੍ਰਾਪਤ ਕਰ ਸਕਦਾ ਹੈ। ਔਰ ਇਹ ਨਾਮ ਕਿੱਥੋਂ ਮਿਲੇਗਾ? ਪੂਰੇ ਗੁਰ ਤੇ ਨਾਮ ਪੱਲੇ ਪਾਈ। ਪੂਰੇ ਗੁਰੂ ਦੇ ਕੋਲ ਜਦੋਂ ਚੱਲ ਕੇ ਆਵਾਂਗੇ, ਪੂਰਾ ਸਤਿਗੁਰ ਸਾਨੂੰ ਇਹ ਨਾਮ ਦੇ ਨਾਲ ਜੋੜੇਗਾ, ਕਿਉਂਕਿ ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ
ਸੋ ਉਤਰੈ ਪਾਰ। ਜਿਹੜਾ ਗੁਰੂ ਦੇ ਨਾਮ ਰੂਪੀ ਜਹਾਜ਼ ਦੇ ਕੋਲ ਆ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਜਾਂਦਾ ਹੈ, ਉਹ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਜਾਂਦਾ ਹੈ। ਸੋ ਬੂਝੈ ਜਿਸ ਆਪ ਬੁਝਾਏ, ਸਤਿਗੁਰ ਸੇਵਾ ਨਾਮ ਜੜਾਏ। ਸਤਿਗੁਰ ਕਹਿੰਦੇ ਜਿਹੜਾ ਮਨੁੱਖ, ਉਸੇ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਜਿਹਦੇ ਤੇ ਰੱਬ ਕਿਰਪਾ ਕਰੇ, ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰੇ, ਔਰ ਜਿਹਦੇ ਤੇ ਸਤਿਗੁਰ ਕਿਰਪਾ ਕਰਦੇ ਨੇ ਉਹਨੂੰ ਸੇਵਾ ਦੇ ਵਿੱਚ ਆਪਣੀ ਲਾ ਲੈਂਦੇ ਨੇ। ਇੰਜ ਕਹਿ ਦਈਏ, ਪਹਿਲਾਂ ਉਸ ਮਨੁੱਖ ਨੂੰ ਆਪਣੇ ਕੋਲ ਬੁਲਾਉਂਦੇ ਨੇ, ਆਪਣੀ ਸੇਵਾ ਵਿੱਚ ਲਾਉਂਦੇ ਨੇ, ਔਰ ਫਿਰ ਨਾਮ ਨਾਲ ਜੁੜ ਕੇ ਉਸ ਮਨੁੱਖ ਦੇ ਹਿਰਦੇ 'ਚ ਆਪਣੇ ਨਾਮ ਨੂੰ ਪੱਕਾ ਕਰਕੇ ਉਹਦੇ ਜੀਵਨ ਦਾ ਸੰਸਾਰ ਤੋਂ ਪਾਰ ਉਤਾਰਾ ਕਰ ਦਿੰਦੇ ਨੇ। ਜਿਨ ਇੱਕ ਜਾਤਾ ਸੇ ਜਨ ਪਰਵਾਨ, ਨਾਨਕ ਨਾਮ ਰਤੇ ਦਰ ਨਿਸ਼ਾਨ। ਅਖੀਰ ਤੇ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਪਹਿਚਾਣ ਲਿਆ ਹੈ, ਜਿਹੜੇ ਗੁਰੂ ਦੇ ਨਾਲ ਜੁੜ ਕੇ ਇੱਕ ਪਰਮਾਤਮਾ ਨੂੰ ਪਹਿਚਾਣ ਲੈਂਦੇ ਨੇ, ਉਹਨਾਂ ਦਾ ਸੰਸਾਰ ਦੇ ਉੱਤੇ ਆਇਆ ਵੀ ਪ੍ਰਵਾਨ, ਸੰਸਾਰ ਦੇ ਉੱਤੇ ਜੀਵਨ ਬਤੀਤ ਕੀਤਾ ਵੀ ਪ੍ਰਵਾਨ, ਪਰਮਾਤਮਾ ਦਾ ਨਾਮ ਜਪਿਆ ਵੀ ਉਹਨਾਂ ਦਾ ਪ੍ਰਵਾਨ, ਉਹਨਾਂ ਦਾ ਜੀਵਨ ਵੀ ਸੰਸਾਰ ਤੇ ਪ੍ਰਵਾਨ। ਪਰ ਸਤਿਗੁਰ ਕਹਿੰਦੇ ਜਿਹੜੇ ਨਾਮ ਦੇ ਨਾਲ ਨਹੀਂ ਜੁੜੇ, ਆਇਆ ਗਿਆ ਮੋਇਆ ਨਾਉ ਪਿਛੈ ਪੱਤਲ ਸਦਿਓ ਕਾਵ, ਸਤਿਗੁਰ ਕਹਿੰਦੇ ਉਹਨਾਂ ਦਾ ਸੰਸਾਰ ਤੇ ਆਇਆ ਕਿਸੇ ਲੇਖੇ ਵਿੱਚ ਨਹੀਂ। ਅਖੀਰ ਤੇ ਸਾਹਿਬ ਕਹਿੰਦੇ ਨਾਨਕ ਨਾਮ ਰਤੇ ਦਰ ਨਿਸ਼ਾਨ। ਜਿਹੜੇ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰਤੇ ਜਾਂਦੇ ਨੇ, ਸਾਹਿਬ ਕਹਿੰਦੇ ਉਹਨਾਂ ਮਨੁੱਖਾਂ ਦੇ ਉੱਤੇ ਰੱਬ ਦੀ ਬਖਸ਼ਿਸ਼ ਦਾ ਜਿਹੜਾ ਉਹ ਨਿਸ਼ਾਨ ਲੱਗ ਜਾਂਦਾ ਹੈ। ਇੰਜ ਕਹਿ ਦਈਏ, ਜਿਹੜੇ ਮਨੁੱਖ ਪਰਮਾਤਮਾ ਦੀ ਨਾਮ ਰੂਪੀ ਰੰਗ ਵਿੱਚ ਰਤੇ ਜਾਂਦੇ ਨੇ, ਉਹ ਪਰਮਾਤਮਾ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇੰਜ ਕਹਿ ਦਈਏ, ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਸਮੁੱਚੇ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਪਰਮਾਤਮਾ ਦੇ ਹੁਕਮ ਨੂੰ ਸਮਝਣ ਵਾਸਤੇ ਸਤਿਗੁਰਾਂ ਦੇ ਮੁਬਾਰਕ ਸ਼ਬਦ ਦੇ ਨਾਲ ਜੁੜਨ ਦੀ ਤਾਕੀਦ ਕੀਤੀ ਹੈ। ਜਿਹੜੇ ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣਨਾ ਚਾਹੁੰਦੇ ਨੇ, ਸਤਿਗੁਰੂ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰਨ। ਗੁਰੂ ਦੇ ਸ਼ਬਦ ਦੇ ਨਾਲ ਜੁੜੇ ਤੋਂ ਬਿਨਾਂ ਨਾ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਜਾ ਸਕਦਾ, ਨਾ ਮੋਹ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ। ਇੱਕੋ ਇੱਕ ਤਰੀਕਾ ਹੈ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘਣ ਦਾ, ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਈਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਸਤਿਗੁਰੂ ਕਹਿੰਦੇ ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤਰਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਉਹ ਇਹੋ ਜਿਹੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਇੱਥੋਂ ਤੱਕ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਕੇ ਰੱਬ ਦੀ ਨਜ਼ਰਾਂ ਵਿੱਚ ਪ੍ਰਵਾਨ ਚੜ ਜਾਂਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਤਿਗੁਰ ਦੇ ਹੁਕਮ ਨੂੰ ਸਮਝਣ ਦੀ ਜਾਚ ਆ ਜਾਵੇ, ਤਾਂ ਕਿ ਸਾਡਾ ਵੀ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਿਆ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਰੱਬ ਵਰਗੀਆਂ ਰੂਹਾਂ ਦਾ, ਜਿਹੜਾ ਬੜੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਦੇ ਅੰਮ੍ਰਿਤ ਵੇਲੇ ਮੁਬਾਰਕ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਧੰਨਵਾਦ ਹੈ ਹੈੱਡ ਗ੍ਰੰਥੀ ਗਿਆਨੀ ਬਚਿੱਤਰ ਸਿੰਘ ਜੀ ਦਾ, ਜਿਨ੍ਹਾਂ ਨੇ ਬੜਾ ਪਿਆਰ ਦੇ ਕੇ ਦਾਸ ਨੂੰ ਨਿਵਾਜਣਾ ਕੀਤਾ ਹੈ। ਔਰ ਧੰਨਵਾਦ ਹੈ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਾਸ ਨੂੰ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਬੈਠ ਕੇ ਵਿਚਾਰਾਂ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸੁਮਤ ਦੇ ਕੇ ਗੁਰਮਤ ਵਿਚਾਰਾ ਕਰਨ ਦਾ ਸੁਭਾਗ ਬਖਸ਼ਿਸ਼ ਕਰਕੇ ਨਿਵਾਜਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Hare Hare